ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ। ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼। ਮਿਸ਼ਨ ਸਟੇਟਮੈਂਟ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ। ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਤੋਂ ਡਰਨਾ ਹੈ। ਡਰ ਹਮੇਸ਼ਾ ਉਦੋਂ ਵਿਆਪਦਾ ਹੈ ਜਦੋਂ ਤੁਸੀਂ ਕਿਸੇ ਨੂੰ ਡਰਾਉਣ ਜਾਂਦੇ ਜੀ। ਜਦੋਂ ਤੁਸੀਂ ਕਿਸੇ ਨੂੰ ਡਰਾਉਂਦੇ ਨਹੀਂ ਤਾਂ ਤੁਹਾਨੂੰ ਡਰ ਵਿਆਪਦਾ ਵੀ ਨਹੀਂ। ਅੱਜ ਦਾ ਵਿਸ਼ਾ ਬੜਾ ਅਹਿਮ ਵਿਸ਼ਾ, ਬਹੁਤ ਹੀ ਖਾਸ ਵਿਸ਼ਾ ਹੈ, ਆਪਣਾ ਘਰ। ਜਦੋਂ ਵੀ ਅਸੀਂ ਆਪਣੇ ਘਰ ਦੀ ਗੱਲ ਕਰਦੇ ਹਾਂ ਤੇ ਸਾਡੀ ਗੱਲ ਕੇਵਲ ਬਾਹਰੀ ਪਰਪੇਖ ਤੇ ਹੁੰਦੀ ਹੈ, ਬਾਹਰੀ ਪਹਿਲੂ ਤੋਂ ਹੁੰਦੀ ਹੈ। ਜੋ ਦਿਖਦਾ ਹੈ, ਜੋ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਜਿੱਥੇ ਅਸੀਂ ਮਿੱਥਿਆ ਹੈ ਆਪਣਾ ਘਰ, ਅਸੀਂ ਕੇਵਲ ਉਸ ਪੱਖ ਤੋਂ ਵੇਖਦੇ ਹਾਂ। ਅੱਜ ਅਸੀਂ ਸਿੰਘ ਸਾਹਿਬ ਤੋਂ ਜਾਣਨਾ ਹੈ, ਜੇ ਮੰਨ ਲਓ ਹਰ ਇੱਕ ਸਿੱਖ ਦੀ ਆਸ ਹੈ, ਖੇੜਾ ਹੈ, ਹੱਕ ਹੈ ਤੇ ਸਾਡਾ ਸੰਕਲਪ ਵੀ ਹੈ, ਉਹ ਘਰ ਸਾਡੇ ਕੋਲ ਅੱਜ ਹੋਵੇ, ਅਸੀਂ ਬੈਠੇ ਹੋਈਏ, ਪਰ ਦੂਜਾ ਆਪਣਾ ਘਰ ਆਪਣਾ ਨਾ ਹੋਵੇ। ਕੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੇ ਘਰ ਦੇ ਵਿੱਚ ਹਾਂ? ਘਰ ਦੋ ਨੇ। ਇੱਕ ਤੇ ਉਹ ਘਰ ਜਿਹੜਾ ਸਾਡਾ ਨਿੱਜ ਘਰ ਹੈ। ਜਦੋਂ ਨਿੱਜ ਘਰ ਪਰਾਏ ਹੱਥ, ਇਹਦੀ ਡੋਰ ਪਰਾਏ ਹੱਥ ਹੋਏਗੀ ਤੇ ਆਪਣਾ ਘਰ ਸਰੀਰਕ ਰੂਪ ਦੇ ਵਿੱਚ ਜਿੱਥੇ ਅਸੀਂ ਬੈਠੇ ਹੋਵਾਂਗੇ ਉਹ ਸਾਡਾ ਆਪਣਾ ਕਿਵੇਂ ਹੋ ਸਕਦਾ ਹੈ? ਇੱਕ ਖਾਸ ਉਪਰਾਲਾ ਗੁਰੂ ਗ੍ਰੰਥ ਦਾ ਖਾਲਸਾ ਪੰਥ, ਜੋ ਕਿ ਐਸੀ ਇੱਕ ਜਥੇਬੰਦੀ ਜੋ ਗੁਰੂ ਗ੍ਰੰਥ ਸਿਧਾਂਤ ਨੂੰ, ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੈ। ਇੱਥੇ ਗੁਰੂ ਗ੍ਰੰਥ ਤੇ ਪੰਥ ਨਹੀਂ ਹੈ, ਦਰਮਿਆਨ ਜਿਹੜੀ ਤੇ ਹੈ, ਤੇ ਨਹੀਂ ਹੈ, ਗੁਰੂ ਗ੍ਰੰਥ ਪੰਥ ਹੈ। ਜਿੱਥੇ ਤੇ ਆਏਗੀ ਉੱਥੇ ਅਥਾਰਟੀਜ਼ ਦੋ ਹੋ ਜਾਣਗੀਆਂ। ਜਦੋਂ ਦੋ ਅਥਾਰਟੀ ਸਾਡੇ ਸਾਹਮਣੇ ਹੋਣਗੀਆਂ ਤੇ ਦੁਬਿਧਾ ਪੈਦਾ ਹੋਏਗੀ। ਦੁਬਿਧਾ ਨਿਕਲਦੀ ਉੱਥੋਂ ਆ ਜਿੱਥੇ ਅਥਾਰਟੀਜ਼ ਦੋ ਨੇ। ਸੋ ਇੱਕ ਅਥਾਰਟੀ ਜਿਹੜੀ ਗੁਰੂ ਗ੍ਰੰਥ ਪੰਥ ਦੀ, ਗੁਰੂ ਗ੍ਰੰਥ ਦੇ ਰਸਤੇ ਦੀ, ਉਹਦੇ ਤੇ ਚੱਲਣ ਦੇ ਵਾਲੇ ਜਿਹੜੇ ਪੰਥੀ ਨੇ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ ਘੋਸ਼ਿਤ ਕੀਤਾ ਹੈ। ਉਹਨਾਂ ਦਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ। ਗੱਲ ਅਸੀਂ ਕਰਨੀ ਹੈ ਧਰਮ ਭਰਮ ਦੀ ਗੱਲ ਹੋ ਚੁੱਕੀ ਹੈ। ਉਸ ਤੋਂ ਪਹਿਲਾਂ ਜਿਹੜਾ ਵਾ ਸੇਵਾ ਦੇ ਸੰਕਲਪ ਤੇ ਵੀ ਗੱਲ ਹੋ ਚੁੱਕੀ ਹੈ। ਅੱਜ ਗੱਲ ਕਰਨੀ ਹੈ ਆਪਣਾ ਘਰ, ਜੋ ਕਿ 2 ਐਪੀਸੋਡ ਦੇ ਰੂਪ ਦੇ ਵਿੱਚ ਹੋਏਗੀ। ਪਹਿਲਾ ਘਰ ਅਸੀਂ ਉੱਥੋਂ ਸ਼ੁਰੂ ਕਰਨਾ ਜਦੋਂ ਗੁਰੂ ਨਾਨਕ ਸਾਹਿਬ ਪਹੁੰਚ ਜਾਂਦੇ ਨੇ ਸਮੇਰ ਤੇ ਗੁਰੂ ਸਾਹਿਬ ਦੇ ਸੰਬੰਧ 'ਚ ਹੋਕਾ ਹੈ ਵੀ ਸ਼ਬਦ ਦਿੱਤੀ ਜਿੱਤੀ ਸਿੱਧ ਮੰਡਲੀ ਕੀ ਤੋ ਸੇ ਆਪਣਾ ਪੰਥ ਨਿਰਾਲਾ। ਜਦੋਂ ਸਿੱਧ ਮੰਡਲੀ ਨੂੰ ਟੇਕ ਓਵਰ ਕਰਨਾ ਹੈ, ਜਿੱਤਣਾ ਹੈ, ਵੀ ਸਿੱਧ ਵੀ ਸੋਚਣ ਤੇ ਮਜਬੂਰ ਹੋ ਜਾਣ ਵੀ ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਇਹ ਲੇਵੇ ਬਾਲਾ। ਉਹ ਵੀ ਸੋਚਣ ਤੇ ਮਜਬੂਰ ਹੋ ਜਾਣ ਵੀ ਕਾਸ਼ ਨਾਨਕ ਸਾਡਾ ਹੁੰਦਾ, ਸਾਡਾ ਦਰਸ਼ਨ ਲੈ ਲੈਂਦਾ। ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਇਹ ਲੇਵੇ ਬਾਲਾ, ਹਮਰਾ ਪੰਥ ਕਲੂ ਮੈਂ, ਹਮਰਾ ਪੰਥ ਕਰੇ ਉਜਿਆਲਾ। ਵੀ ਸਾਡਾ ਦਰਸ਼ਨ ਲੈ ਕੇ ਇਸ ਕਲ ਦੇ ਵਿੱਚ ਸਾਡਾ ਪੰਥ ਉਜਿਆਲਾ ਕਰ ਦਿੰਦਾ। ਸੋ ਉਹ ਜਿਹੜੀ ਸ਼ਬਦ ਦੇ ਨਾਲ ਜਿਹੜੀ ਮੰਡਲੀ ਜਿੱਤੀ ਹੈ, ਕਿਤੇ ਉਹ ਸ਼ਬਦ ਸਾਡੇ ਕੋਲ ਐਬਸੈਂਟ ਤੇ ਨਹੀਂ ਕਿ ਉਸ ਸਿੱਧ ਮੰਡਲੀ ਨੂੰ ਜਿੱਤਣ ਵਾਸਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਬਾਹਰੀ ਰੂਪ ਦੇ ਵਿੱਚ ਇੱਕ ਰੇਖਾ ਖਿੱਚ ਦਿੱਤੀ ਵੀ ਇੰਨਾ ਇਲਾਕਾ ਤੁਹਾਡਾ ਤੇ ਇੰਨਾ ਮੇਰਾ। ਇਸ ਵਿਸ਼ੇ ਤੋਂ ਅਸੀਂ ਇੱਥੋਂ ਗੱਲ ਸ਼ੁਰੂ ਕਰਨੀ ਹੈ, ਨਿੱਜ ਘਰ ਤੋਂ ਤੁਰ ਕੇ ਆਪਣੇ ਘਰ ਤੱਕ ਪਹੁੰਚਦੇ ਹਾਂ। ਆਓ ਸਿੰਘ ਸਾਹਿਬ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਨੀ ਹੈ ਸਿੰਘ ਸਾਹਿਬ ਆਪਣੇ ਘਰ ਦੀ। ਸ਼ਬਦ ਬੜਾ, ਜਦੋਂ ਘਰ ਦੀ ਗੱਲ ਆਉਂਦੀ ਹੈ ਤੇ ਗੁਰਬਾਣੀ ਦੇ ਵਿੱਚ ਅਨੇਕਾਂ ਵਾਰਾਂ ਇਹ ਸ਼ਬਦ ਆਉਂਦਾ ਹੈ। ਕਿਤੇ ਘਰ ਦੇ ਰੂਪ 'ਚ ਆਉਂਦਾ ਹੈ, ਕਿਤੇ ਹਿਰਦੇ ਦੇ ਰੂਪ 'ਚ ਆਉਂਦਾ ਹੈ, ਕਿਤੇ ਘਰਵਾਲੀ ਦੇ ਰੂਪ 'ਚ ਆਉਂਦਾ ਹੈ। ਤਕਰੀਬਨ 12 ਅਰਥੇ ਦੇ ਗੁਰਬਾਣੀ 'ਚ ਆਉਂਦੇ ਨੇ ਸਾਨੂੰ। ਅਸੀਂ ਗੱਲ ਕਰਨੀ ਹੈ ਨਿੱਜ ਤੋਂ ਲੈ ਕੇ
ਤੇ ਆਪਣੇ ਸਥੂਲ ਤੱਕਰ, ਸੂਖਸ਼ਮ ਤੋਂ ਲੈ ਕੇ ਸਥੂਲ ਤੱਕਰ ਸਾਨੂੰ ਸਮਝਾਓ ਵੀ ਸਾਡਾ ਆਪਣਾ ਘਰ ਦੀ ਜਿਹੜੀ ਜਰਨੀ ਹੈ, ਸਾਡੇ ਆਪਣੇ ਘਰ ਦੀ ਜਰਨੀ, ਉਹ ਸਫ਼ਰ ਕਿੱਥੋਂ ਚੱਲਦਾ ਹੈ, ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿਵੇਂ ਅਸੀਂ ਆਪਣੇ ਘਰ ਤੱਕਰ ਸਥੂਲ ਰੂਪ 'ਚ ਪਹੁੰਚ ਸਕਦੇ ਹਾਂ। ਜੀ ਸਿੰਘ ਸਾਹਿਬ। ਸਮੁੱਚੇ ਸਿੰਘਨਾਦ ਦੇ ਸਰੋਤਿਆਂ ਅਤੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਬਣ ਚੁੱਕੇ ਵੀਰਾਂ ਭੈਣਾਂ ਸੰਗਤਾਂ ਨੂੰ ਫਤਿਹ ਬੁਲਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਬਜੈਕਟ ਬੜਾ ਨਾਜ਼ੁਕ ਹੈ, ਜਿੰਦੇ ਪ੍ਰਤੀ ਜੇ ਥੋੜੀ ਜਿਹੀ ਵੀ ਅਣਗਹਿਲੀ ਹੋਈ ਤਾਂ ਮੁਗਾਲਤੇ ਵੀ ਪੈ ਸਕਦੇ ਨੇ, ਪਰ ਅਸੀਂ ਉਹਨਾਂ ਮੁਗਾਲਤਿਆਂ ਭਰਮਾਂ ਤੋਂ ਨਿਕਲ ਕੇ ਸਤਿਗੁਰੂ ਦੀ ਬਖਸ਼ੀ ਹੋਈ ਅਗਵਾਈ ਵਿੱਚ ਆਪਣੇ ਟਾਰਗੇਟ ਤੇ, ਆਪਣੇ ਨਿਸ਼ਾਨੇ ਤੇ, ਆਪਣੀ ਮੰਜ਼ਿਲ ਤੇ ਪੁੱਜਣਾ ਹੈ। ਉਹਦੇ ਲਈ ਸਾਨੂੰ ਗੁਰੂ ਦੀ ਬਖਸ਼ੀ ਹੋਈ ਚੇਤਨਤਾ ਦੀ ਲੋੜ ਹੈ। ਆਪਣਾ ਘਰ ਲਫ਼ਜ਼ ਕੋਈ ਸਾਡੇ ਵਾਸਤੇ ਨਵਾਂ ਨਹੀਂ। ਇਹ ਲਫ਼ਜ਼ ਕਿਸੇ ਨਾ ਕਿਸੇ ਬਦਲਵੇਂ ਸ਼ਬਦਾਂ ਵਿੱਚ, ਬਦਲਵੇਂ ਸਮੇਂ ਵਿੱਚ ਇੱਕ ਵਾਰ ਨਹੀਂ ਕਈ ਵਾਰ ਦੁਹਰਾਇਆ ਗਿਆ ਹੈ। ਕਈ ਵਾਰ ਇਸ ਨੂੰ ਖਾਲਸਾ ਰਾਜ ਆਖਿਆ ਗਿਆ, ਕਈ ਵਾਰ ਖਾਲਿਸਤਾਨ ਵੀ ਆਖਿਆ ਗਿਆ, ਸਿੱਖ ਸਟੇਟ ਵੀ ਆਖਿਆ ਗਿਆ। ਕਈ ਵਾਰ ਲਿਖਤੀ ਵਿੱਚ ਅਸੀਂ ਇੰਨੀ ਕੁ ਗੱਲ ਤੇ ਸੰਤੁਸ਼ਟ ਹੋ ਗਏ ਜਿੱਥੇ ਲਿਖਿਆ ਸੀ ਕਿ ਉਹ ਖਿੱਤਾ ਜਿਸ ਵਿੱਚ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਸਾਰੇ ਨਾਮ ਵੱਖ-ਵੱਖ ਸਮਿਆਂ ਅੰਦਰ ਦਿੱਤੇ ਗਏ। ਅੱਜ ਸਾਡੇ ਸਾਹਮਣੇ ਫਿਰ ਉਹ ਆਪਣਾ ਘਰ ਲਫ਼ਜ਼ ਆ ਗਏ, ਵਿਚਾਰਨ ਲਈ ਆ ਗਏ। ਮੈਨੂੰ ਅਜੇ ਤੱਕ ਯਾਦ ਹੈ ਕਿ 84 ਦੇ ਦੁਖਾਂਤ ਵੇਲੇ ਗੁਰਬਾਣੀ ਕੀਰਤਨ ਰਾਹੀਂ ਮੈਂ ਬੋਲਿਆ ਸੀ। ਉਸ ਆਡੀਓ ਟੇਪ ਦਾ ਨਾਮ ਹੀ ਇਸ ਨਾਮ ਨਾਲ ਜੁੜ ਗਿਆ ਕਿ ਆਪਣਾ ਘਰ। ਉਸ ਆਡੀਓ ਟੇਪ ਦਾ ਹੈਡਿੰਗ ਹੀ ਲਿਖਣ ਵਾਲੇ ਨੇ ਇਹ ਲਿਖਿਆ, ਆਪਣਾ ਘਰ। ਉਹ ਹੁਣ ਵੀ ਮੇਰੇ ਖਿਆਲ 'ਚ YouTube ਤੇ ਜਾਂ ਕਿਤੇ ਤੁਹਾਨੂੰ ਮਿਲ ਸਕਦੀ ਜੀ। ਮੇਰਾ ਵਿਸ਼ਾ ਸੀ ਉਸ ਵਿੱਚ ਕਿ ਜੇਲ੍ਹ ਤੇ ਆਪਣੇ ਘਰ ਵਿੱਚ ਫਰਕ ਕੀ ਹੈ। ਜੇਲ੍ਹ ਤੋਂ ਮਨੁੱਖ ਛੁਟਕਾਰਾ ਪਾਉਣ ਲਈ ਵਕੀਲਾਂ ਦਾ ਸਹਾਰਾ ਲੈਂਦਾ ਹੈ, ਦੌਲਤ ਦਾ ਸਹਾਰਾ ਲੈਂਦਾ ਹੈ। ਬਿਲਕੁਲ। ਹਾਲਾਂਕਿ ਜੇਲ੍ਹ ਘਰ ਨਾਲੋਂ ਬਹੁਤ ਵੱਡੀ ਇਮਾਰਤ ਹੁੰਦੀ ਹੈ, ਜਿਹੜੀ ਮਨੁੱਖ ਉਹ ਜੀ ਇਮਾਰਤ ਬਣਾ ਨਹੀਂ ਸਕਦਾ ਆਪਣੇ ਜੀਵਨ ਵਿੱਚ। ਬਹੁਤ ਘੱਟ ਲੋਕ ਹੋਣਗੇ। ਇੰਨਾ ਵੱਡਾ ਘਰ ਬਣਾਉਣਾ ਬੜਾ ਔਖਾ ਹੈ। ਫਿਰ ਜੇਲ੍ਹ ਦੇ ਦਰਵਾਜ਼ੇ ਤੇ ਸੰਤਰੀ ਖੜਾ ਹੈ, ਜੋ ਇੱਕ ਅਮੀਰ ਘਰ ਦੀ ਨਿਸ਼ਾਨੀ ਹੈ। ਅੱਜ ਕਿਸੇ ਅਮੀਰ ਘਰ ਦੇ ਦਰਵਾਜ਼ੇ ਤੇ ਸੰਤਰੀ ਪਹਿਰੇਦਾਰ ਦੇਖਦੇ ਹੋ, ਜਿਹੜਾ ਜੇਲ੍ਹ ਦੇ ਦਰਵਾਜ਼ੇ ਅੱਗੇ ਵੀ ਖੜਾ ਹੁੰਦਾ ਹੈ, ਜਿਸ ਜੇਲ੍ਹ ਵਿੱਚ ਸਾਨੂੰ ਰੱਖਿਆ ਜਾਂਦਾ ਹੈ ਜੀ। ਪਰ ਕੀ ਕਾਰਨ ਹੈ? ਉਹ ਸਾਡੀ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ ਤਾਂ ਅੱਜ ਦੇ ਖਿਆਲ ਮੁਤਾਬਕ ਉਹ ਅਮੀਰ ਦੇ ਦਰਵਾਜ਼ੇ ਤੇ ਖੜਾ ਹੈ। ਫਿਰ ਅਜੀਬ ਗੱਲ ਹੈ, ਉਹ ਘਰ ਵੀ ਉਹ ਜੇਲ੍ਹ ਜਿਹਨੂੰ ਅਸੀਂ ਆਖਦੇ ਹਾਂ, ਜਿੰਦੇ ਕਲੀ ਕੂਚੀ ਕਰਾਉਣ ਦੀ, ਉਹਦੇ ਟੈਕਸ ਦੇਣ ਦੀ, ਉਹਦੀ ਰਿਪੇਅਰ ਕਰਨ ਦੀ ਸਾਨੂੰ ਕੋਈ ਫਿਕਰ ਨਹੀਂ। ਰੋਟੀ ਕੱਪੜਾ ਉੱਥੇ ਫ੍ਰੀ ਮਿਲਦਾ ਹੈ। ਫਿਰ ਕੀ ਕਾਰਨ ਹੈ ਕਿ ਮਨੁੱਖ ਜੇਲ੍ਹ ਤੋਂ ਘਬਰਾਉਂਦਾ ਹੈ,
ਆਪਣੀ ਹੱਦ ਤੱਕ ਸਮਝਦਾ ਹੈ ਤੇ ਕਹਿੰਦਾ ਕੋਈ ਪਲ ਐਸਾ ਮਿਲੇ ਜਦੋਂ ਮੇਰੀ ਭਾਵੇਂ ਆਰਜ਼ੀ ਤੌਰ ਤੇ ਮੈਨੂੰ ਜੇਲ੍ਹ ਤੋਂ ਛੁਟਕਾਰਾ ਮਿਲ ਜਾਏ, ਪਰ ਮੈਂ ਜੇਲ੍ਹ ਤੋਂ ਬਾਹਰ ਆਵਾਂ। ਪਰ ਇੱਕ ਖਿਆਲ ਕਰਿਓ, ਹਰ ਚੀਜ਼ ਬੇਫਿਕਰੀ ਨਾਲ ਮਿਲਣ ਦੇ ਬਾਵਜੂਦ ਕਿਉਂ, ਮੈਨੂੰ ਇੱਕ ਗੱਲ ਇਹਦੇ ਵਿੱਚ ਹੋਰ ਯਾਦ ਆਈ, ਆਪਣੀ ਹੱਡ ਬੀਤੀ। ਜਦੋਂ ਮੈਨੂੰ ਇੱਕ ਜਾਲੀ ਕੇਸ ਬਣਾ ਕੇ ਹਿੰਦੁਸਤਾਨ ਸਰਕਾਰ ਨੇ ਜੇਲ੍ਹ ਵਿੱਚ ਸੁੱਟਿਆ, ਤੇ ਪਹਿਲਾਂ 4 ਮਹੀਨੇ ਕਰੀਬ ਦੇ ਮੈਂ ਅੰਬਾਲੇ ਜੇਲ੍ਹ 'ਚ ਰਿਹਾ। ਉਸ ਤੋਂ ਬਾਅਦ ਮੈਨੂੰ ਦਿੱਲੀ ਦੇ ਇੱਕ ਕੇਸ ਜਾਲੀ ਬਣਾ ਕੇ, ਜਿਹਦੇ ਵਿੱਚ ਸ਼ਹਾਦਤੀ ਵੀ ਸਾਡੇ ਆਪਣੇ ਹੀ ਨਜ਼ਰ ਆਉਂਦੇ ਸਨ, ਜਿਨ੍ਹਾਂ ਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ ਸੀ। ਖੈਰ, ਮੈਨੂੰ ਉੱਥੇ ਦਿੱਲੀ ਲੈ ਗਏ। ਉੱਥੇ ਜੇਲ੍ਹ ਦੇ ਦਰਮਿਆਨ ਇੱਕ ਅਜੀਬ ਘਟਨਾ ਵਾਪਰੀ ਕਿ ਇੱਕ ਬੰਸੀ ਨਾਮ ਦਾ ਕੈਦੀ ਸੀ। ਇਹ ਗੱਲ ਮੈਂ ਤੁਹਾਨੂੰ ਇਸ ਲਈ ਸੁਣਾਉਣਾ ਚਾਹੁੰਦਾ ਕਿ ਸਾਡੇ ਨਾਲ ਟੁਕਦੀ ਹੈ। ਉਹ ਬੰਸੀ ਨਾਮ ਦਾ ਇੱਕ ਕੈਦੀ ਸੀ। ਉਹ ਜੇਲ੍ਹ ਵਿੱਚ ਬੜਾ ਖੁਸ਼, ਸਵੇਰੇ ਉੱਠਿਆ ਕਰੇ ਤੇ ਢੋਲਕੀ ਉਹਨੇ ਰੱਖੀ ਹੋਈ ਸੀ। ਉਹ ਆਪਣੀ ਬੈਰਕ ਵਿੱਚ ਢੋਲਕੀ ਵਜਾਉਂਦਾ ਹੋਇਆ ਬੜੇ ਖੁਸ਼ੀਆਂ ਦੇ ਗੀਤ ਗਾਇਆ ਕਰੇ। ਤੇ ਕਦੀ ਕਦੀ ਉਹ ਮੇਰੇ ਕੋਲ ਵੀ ਆ ਕੇ ਮੇਰੇ ਸੈੱਲ ਵਿੱਚ ਬੈਠ ਜਾਂਦਾ ਸੀ, ਜਦੋਂ ਕਿਤੇ ਬੈਰਕ ਤੋਂ ਬਾਹਰ ਕੱਢਦੇ ਸਨ ਕੈਦੀਆਂ ਨੂੰ। ਇੱਕ ਵਾਰ ਮੈਂ ਉਹਨੂੰ ਪੁੱਛਿਆ ਵੀ ਬੰਸੀ, ਤੂੰ ਇੰਨਾ ਖੁਸ਼ ਹੈ ਇਸ ਜੇਲ੍ਹ ਵਿੱਚ? ਕਹਿਣ ਲੱਗਾ, ਸਰਦਾਰ ਜੀ, ਗੱਲ ਇਹ ਹੈ ਕਿ ਮੇਰਾ ਤਾਂ ਘਰ ਹੀ ਜੇਲ੍ਹ ਹੈ। ਮੈਂ ਇੱਥੋਂ ਬਾਹਰ ਜਾਣਾ ਹੀ ਨਹੀਂ ਚਾਹੁੰਦਾ। ਬਾਹਰ ਜਾਵਾਂਗਾ ਕਿਤੇ ਕੋਈ ਕੰਮ ਕਰਨਾ ਪਏਗਾ, ਰੋਟੀ ਕਮਾਉਣੀ ਪਏਗੀ, ਫਿਰ ਵਿਆਹ ਕਰਾਵਾਂਗਾ, ਪਰਿਵਾਰ ਨੂੰ ਪਾਲਣਾ ਪਏਗਾ, ਸੰਭਾਲਣਾ ਪਏਗਾ ਜੀ। ਮੈਂ ਇੱਥੇ ਬੜਾ ਸੁਖੀ ਹਾਂ। ਲੋਕਾਂ ਦੀ ਜੇਬ ਕੱਟਣੀ ਇਹ ਮੇਰਾ ਕੰਮ ਹੈ। ਉਹ ਸਜ਼ਾ 3-4 ਮਹੀਨੇ ਹੁੰਦੀ ਹੈ। ਜੇ ਦੇਰ ਮੈਂ ਆਪਣਾ ਕੰਮ ਕਰਦਾ ਰਹਾਂ, ਉਦੋਂ ਵੀ ਮੈਨੂੰ ਕਮਾਈ ਦੀ ਲੋੜ ਨਹੀਂ, ਕਿਸੇ ਦੀ ਜੇਬ ਕੱਟਣੀ ਤੇ ਆਪਦਾ ਕੰਮ ਐਸ਼ ਕਰਨੀ। ਕੋਈ ਪਰਿਵਾਰਕ ਘਰ-ਬਾਰ ਦਾ ਕਿਸੇ ਕਿਸਮ ਦਾ ਕੋਈ ਫਿਕਰ ਨਹੀਂ, ਚੰਗੇ ਹੋਟਲ ਵਿੱਚ ਰਹਿਣਾ। ਤੇ ਜੇ ਫੜਿਆ ਜਾਵਾਂ ਤਾਂ 3-4 ਮਹੀਨੇ ਵਾਸਤੇ ਜੇਲ੍ਹ 'ਚ ਆ ਜਾਣਾ, ਇੱਥੇ ਵੀ ਮੈਨੂੰ ਸਭ ਕੁਝ ਫ੍ਰੀ। ਮੈਂ ਇਸ ਲਈ ਜਾਣ ਲੱਗਿਆ ਆਪਣਾ ਸਮਾਨ ਇੱਥੇ ਹੀ ਛੱਡ ਜਾਣਾ, ਵੀ ਵਾਪਸ ਆਉਣਾ ਹੈ। ਇੱਥੇ ਜਾਣਾ ਵੀ ਲੋ ਮੈਂ ਆਇਆ। ਬਾਹਰ ਜਾ ਕੇ ਫਿਰ ਮੈਂ ਆਪਣਾ ਕੰਮ ਸ਼ੁਰੂ ਕਰ ਲੈਣਾ। ਜਿੰਨੇ ਦਿਨ ਚੱਲਦਾ ਰਿਹਾ ਉੱਥੇ ਐਸ਼ ਕੀਤੀ, ਜਦੋਂ ਫੜਿਆ ਗਿਆ ਫਿਰ ਇੱਥੇ ਆ ਗਿਆ। ਮੈਂ ਬੜਾ ਸੁਖੀ ਹਾਂ। ਐਸੀ ਸੁਣ ਕੇ ਹੈਰਾਨ ਹੋਣਾ ਵੀ ਇਹ ਵੀ ਇਹਦੀ ਲਾਈਫ ਹੈ, ਜਿਸ ਵਿੱਚ ਵੀ ਖੁਸ਼ ਹੈ ਜੀ। ਪਰ ਮੈਂ ਜਦੋਂ ਅੱਜ ਦੇਖਣਾ ਤੇ ਮੈਨੂੰ ਬੰਸੀ ਯਾਦ ਆ ਜਾਂਦਾ ਹੈ ਕਿ ਉਹ ਇਕੱਲਾ ਬੰਸੀ ਨਹੀਂ, ਸਾਡੇ ਵਿੱਚ ਤੇ ਬਹੁਤ ਸਾਰੇ ਬੰਸੀ ਐਸੇ ਨੇ ਜਿਹੜੇ ਜੇਲ੍ਹ ਵਿੱਚ ਹੀ ਪ੍ਰਸੰਨ ਨੇ। ਬਿਲਕੁਲ। ਜਿਹੜੀ ਗੱਲ ਮੈਂ ਦੇਖਦਾ, ਸਾਡੇ ਵਿੱਚ ਬਹੁਤ ਸਾਰੇ ਬੰਸੀ ਨੇ ਐਸੇ ਜਿਨ੍ਹਾਂ ਨੂੰ ਜੇਲ੍ਹ ਤੋਂ ਛੁਟਕਾਰਾ ਚੰਗਾ ਹੀ ਨਹੀਂ ਲੱਗਦਾ। ਉਹ ਕੈਦ ਵਿੱਚ ਹੀ, ਗੁਲਾਮੀ ਵਿੱਚ ਹੀ ਪ੍ਰਸੰਨ ਨੇ। ਪਰ ਸੋਚਿਓ, ਆਖਰ ਉਹ ਵੀ ਗੀਤ ਗਾਉਂਦਾ ਸੀ ਤੇ ਇਹ ਵੀ ਭਗੌਤੀ ਗਾਈ ਜਾਂਦੇ ਨੇ ਕੈਦ ਵਿੱਚ। ਉਹ ਵੀ ਗੀਤ ਆਪਦੇ ਗਾ ਕੇ ਪ੍ਰਸੰਨ ਸੀ ਤੇ ਅਸੀਂ ਵੀ ਮਾਂ ਕਾਲਕਾ ਦੇ ਗੀਤ ਗਾ ਕੇ, ਸਾਡੇ ਲੋਕ ਜਿਹੜੇ ਨੇ ਇਸੇ ਕੈਦ ਵਿੱਚ ਪ੍ਰਸੰਨ ਨੇ। ਮੈਨੂੰ ਉਹ ਬੰਸੀ ਨਾਲ ਉਹਨਾਂ ਦੀ ਲਾਈਫ ਮਿਲਦੀ ਨਜ਼ਰ ਆਉਂਦੀ, ਜਿਹੜੇ ਅੱਜ ਇਸ ਕੈਦ ਵਿੱਚ, RSS ਦੀ ਕੈਦ ਵਿੱਚ, ਵਕਤ ਦੇ ਬ੍ਰਾਹਮਣਿਜ਼ਮ ਦੀ ਕੈਦ ਵਿੱਚ, ਉਹੋ ਹੀ ਕੁਝ ਕਰੀ, ਉਹੋ ਜਿਹੇ ਗੀਤ ਗਾ ਕੇ ਆਪਣਾ ਸਮਾਂ ਖੁਸ਼ੀ ਨਾਲ ਕਹਿੰਦੇ ਚਲੋ ਸਾਨੂੰ ਇਹ ਕੈਦ ਹੀ ਚੰਗੀ। ਪਰ ਸੋਚਿਓ,
ਆਖਰ ਹਰ ਮਨੁੱਖ ਉੱਥੇ ਖੁਸ਼ ਨਹੀਂ, ਹੂੰ ਕੋਈ ਬੰਸੀ ਵੱਧਾ ਹੋਏਗਾ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਹਰ ਮਨੁੱਖ ਖੁਸ਼ ਨਹੀਂ ਉਸ ਕੈਦ ਵਿੱਚ। ਹੂੰ ਕੁਝ ਲੋਕ ਜਿਹੜੇ ਕੈਦ ਵਿੱਚ ਪਿੰਜਰੇ ਵਿੱਚ ਰਹਿਣਾ ਪਸੰਦ ਕਰਦੇ ਨੇ। ਮੈਂ ਇੱਕ ਵਾਰੀ ਐਗਜ਼ਾਮਪਲ ਵੀ ਦਿੱਤੀ ਸੀ ਵੀ ਪੰਛੀ ਵੀ ਮੈਂ ਸੜਕਾਂ ਤੇ ਵੇਖੇ ਨੇ, ਉਹ ਜਿਨ੍ਹਾਂ ਨੇ ਪਿੰਜਰੇ ਵਿੱਚ ਪਾਇਆ ਨਾ, ਉਹ ਉਹਨਾਂ ਦੀ ਆਦਤ ਪੈ ਗਈ ਹੈ ਪਿੰਜਰੇ ਵਿੱਚ ਰਹਿਣ ਦੀ। ਉਹ ਕਈ ਵਾਰ ਬਾਹਰ ਕੱਢਦੇ ਵੀ ਨੇ ਉਹਨਾਂ ਨੂੰ, ਮੁੜ ਕੇ ਫਿਰ ਪਿੰਜਰੇ ਵਿੱਚ ਚਲੇ ਜਾਂਦੇ। ਹੂੰ ਸਾਡੇ ਵਿੱਚ ਵੀ ਬੰਸੀ ਇਹੋ ਜਿਹੇ ਬੜੇ ਪੈਦਾ ਹੋਏ ਨੇ। ਸਾਨੂੰ ਉਹਨਾਂ ਤੇ ਤਰਸ ਆਉਂਦਾ ਜਿਹੜੇ ਆਪਣੇ ਇਸ ਜੇਲ੍ਹ ਖਾਨੇ ਚੋਂ ਬਾਹਰ ਨਿਕਲਣ ਦਾ ਕੋਈ ਉਪਰਾਲਾ ਹੀ ਨਹੀਂ ਕਰਦੇ। ਹੁਣ ਮਸਲਾ ਇਹ ਕਿ ਆਖਰ ਜੇਲ੍ਹ ਜਿਹੜੀ ਹੈ ਉਹ ਤੇ ਘਰ ਵਿੱਚ ਫਰਕ ਕੀ ਹੈ? ਕਿਉਂਕਿ ਜੇਲ੍ਹ ਦੀ ਚਾਬੀ ਮੇਰੇ ਕੋਲ ਨਹੀਂ। ਸੋ ਭਾਵੇਂ ਉੱਥੇ ਵੱਡਾ ਮਕਾਨ ਹੈ, ਭਾਵੇਂ ਰੋਟੀ ਫਰੀ ਮਿਲਦੀ ਹੈ, ਭਾਵੇਂ, ਸਵਾਲ ਤਾਂ ਇਹਦੀ ਚਾਬੀ ਮੇਰੇ ਕੋਲ ਨਹੀਂ। ਘਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਚਾਬੀ ਮੇਰੇ ਕੋਲ ਹੁੰਦੀ ਹੈ। ਮੈਂ ਗੁਲਾਮ ਨਹੀਂ ਹੁੰਦਾ ਵੀ ਕੋਈ ਮੈਨੂੰ ਬਾਹਰ ਕੱਢੇ ਤਾਂ ਹੀ ਮੈਂ ਨਿਕਲਣਾ। ਚਾਬੀ ਆਪਣੇ ਘਰ ਦੀ ਇੱਕ ਨਿਸ਼ਾਨੀ ਹੁੰਦੀ ਹੈ, ਜਿੱਥੇ ਤੁਹਾਡਾ ਆਪਣਾ ਰਾਜ ਹੋਵੇ। ਮੈਂ ਤੇ ਕਈ ਵਾਰ ਕਹਿਣਾ, ਜਦੋਂ ਤੁਸੀਂ ਨਵਾਂ ਘਰ ਵੀ ਖਰੀਦਦੇ ਹੋ, ਲੋਕ ਤੁਹਾਨੂੰ ਘਰ ਨਹੀਂ ਲਿਆ ਕੇ ਦੇ ਦਿੰਦੇ, ਸਿਰਫ ਚਾਬੀ ਦਿੰਦੇ। ਬਿਲਕੁਲ। ਤੇ ਚਾਬੀ ਦਾ ਅਰਥ ਹੈ ਤੁਹਾਡਾ ਘਰ ਆਪਣਾ। ਹੁਣ ਕਿਹੜੀ ਅਜੀਬ ਗੱਲ ਹੈ, ਜਿਸ ਘਰ ਵਿੱਚ ਨੂੰ ਤੁਸੀਂ ਆਪਣਾ ਖਿੱਤਾ ਸਮਝ ਕੇ ਜਾਂ ਆਪਣਾ ਰਾਜ ਸਮਝ ਕੇ ਜਾਂ ਆਪਣੀ ਧਰਤੀ ਸਮਝ ਕੇ ਪੁਸ਼ਤਾਂ ਤੋਂ, ਅੱਜ ਤੋਂ ਵੀ ਨਹੀਂ, ਪੁਸ਼ਤਾਂ ਤੋਂ ਜਿਉ ਰਹੇ ਹੋ, ਉਹਦੀ ਚਾਬੀ ਤੁਹਾਡੇ ਕੋਲ ਹੈ। ਬਿਲਕੁਲ ਵੱਡਾ ਸਵਾਲ ਹੈ। ਤੁਸੀਂ ਬਾਹਰ ਨਹੀਂ ਨਿਕਲ ਸਕਦੇ ਉੱਥੋਂ ਅੰਦਰ। ਅਸੀਂ ਵਰ੍ਹਿਆਂ ਪਹਿਲਾਂ ਜਦੋਂ ਕਦੀ ਉੱਥੋਂ ਗੇਮਾਂ ਸ਼ੁਰੂ ਹੋਈਆਂ ਸਨ ਤੇ ਪਹਿਲੀ ਵਾਰ ਝਗੜਾ ਇਖਤਲਾਫ ਦਾ ਦੇਖਿਆ ਸੀ ਵੀ ਅਸੀਂ ਕੈਦੀ ਹਾਂ, ਉਦੋਂ ਸਾਡੇ ਲਈ ਬੈਰੀਅਰ ਲਗਾ ਦਿੱਤੇ ਗਏ ਸਨ ਕਿ ਤੁਸੀਂ ਹਰਿਆਣੇ ਵਿੱਚੋਂ ਨਹੀਂ ਲੰਘ ਸਕਦੇ। ਆਪਣੀ ਜਿਹਨੂੰ ਰਾਜਧਾਨੀ ਕਹਿੰਦੇ ਹੋ, ਉਸ ਰਾਜਧਾਨੀ ਤੱਕ ਤੁਸੀਂ ਨਹੀਂ ਪਹੁੰਚ ਸਕਦੇ। ਅੱਜ ਵੀ ਅਸੀਂ ਉਸ ਹਾਲਤ ਨੂੰ ਦੇਖ ਰਹੇ ਹਾਂ ਕਿ ਚਾਬੀ ਸਾਡੇ ਕੋਲ ਨਹੀਂ, ਜਿੱਥੇ ਮਰਜ਼ੀ ਸਾਨੂੰ ਰੋਕਿਆ ਜਾਂਦਾ ਹੈ। ਜੇਲ੍ਹ ਦੀ ਤੇ ਘਰ ਦੀ ਇਹੋ ਨਿਸ਼ਾਨੀ ਹੈ, ਫਰਕ ਜਿਹੜਾ ਸਮਝਣਾ ਹੈ। ਹੁਣ ਦੇਖਣਾ ਇਹ ਹੈ ਕਿ ਜਦੋਂ ਮੈਂ ਆਪਣੇ ਘਰ ਵਿੱਚ ਆਇਆ, ਉਹਦੀ ਨਿਸ਼ਾਨੀ ਇਹ ਹੈ ਕਿ ਮੇਰੀ ਆਪਣੇ ਕੋਲ ਚਾਬੀ ਹੈ। ਇਸੇ ਲਈ ਮੈਂ ਆਪਣੇ ਘਰ ਆਉਣ ਲਈ ਤਰਸਣਾ ਜੀ। ਸਦੀਆਂ ਤੋਂ ਮੈਂ ਆਪਣੇ ਘਰ ਦੀ ਗੱਲ ਬਦਲਵੇਂ ਨਾ ਬਦਲਵੇਂ ਰੂਪ ਵਿੱਚ ਸਮੇਂ ਬ ਸਮੇਂ ਕਰਦਾ ਰਿਹਾ ਤੇ ਕਰ ਰਿਹਾ, ਹੁਣ ਵੀ ਕਰ ਰਿਹਾ। ਪਰ ਮੈਂ ਇੱਥੇ ਫਿਰ ਖਲੋਣਾ ਚਾਹੁੰਦਾ। ਉਹ ਇਹ ਕਿ ਬਹੁਤ ਸਮੇਂ ਤੋਂ ਆਪਣਾ ਘਰ ਕਹਿੰਦਿਆਂ ਲਾਲਸਾ ਹੁੰਦਿਆਂ ਹੋਇਆਂ ਕਿ ਅੱਜ ਵੀ ਅਸੀਂ ਬੇਘਰ ਬੇਗਾਨੇ ਦਰਵਾਜ਼ਿਆਂ ਤੇ ਭਟਕ ਰਹੇ ਹਾਂ। ਆਓ ਅੱਜ ਆਪਣੇ ਘਰ ਦੀ ਉਸਾਰੀ ਬਾਰੇ ਵਿਚਾਰ ਕਰੀਏ। ਸਿਰਫ ਮੈਂ ਜਿੱਥੋਂ ਵਿਚਾਰ ਸ਼ੁਰੂ ਕਰਨਾ ਚਾਹੁੰਦਾ, ਮੇਰੇ ਸਾਹਮਣੇ ਇੱਕ ਸਵਾਲ ਦੋ ਰੂਪਾਂ ਵਿੱਚ ਰੱਖਿਆ ਗਿਆ, ਮੈਂ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵੀ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਉਹ ਕਿਹੜੀ ਕਮੀ ਹੈ ਸਾਡੇ ਵਿੱਚ ਕਿ ਅਸੀਂ ਲੋੜ ਹੁੰਦਿਆਂ ਹੋਇਆਂ ਤੇ ਚਾਹਤ ਵੀ ਹੁੰਦਿਆਂ ਹੋਇਆਂ, ਕੁਰਬਾਨੀਆਂ ਵੀ ਕਰਦਿਆਂ ਹੋਇਆਂ, ਅਸੀਂ ਆਪਣਾ ਘਰ ਅੱਜ ਤੱਕ ਨਹੀਂ ਉਸਾਰ ਸਕੇ। ਤਾਂ ਫਿਰ ਸਾਨੂੰ ਇਹ ਸੋਚਣਾ ਪਵੇਗਾ ਕਿ ਆਪਣੇ ਘਰ ਦੀ ਉਸਾਰੀ ਵਿੱਚ ਜਿਹੜੀ ਸਾਡੀ ਕਮੀ ਹੈ ਉਹ ਸਾਨੂੰ ਪਤਾ ਹੋਵੇ। ਲਓ ਅੱਜ ਆਪਾਂ ਇਸ ਗੱਲ ਨੂੰ ਵਿਚਾਰੀਏ। ਕੁਝ ਮਹੀਨੇ ਪਹਿਲਾਂ ਇੱਕ ਸਬਜੈਕਟ ਚੱਲਦਾ ਰਿਹਾ ਆਨਲਾਈਨ, ਜਿਸ ਦਾ ਹੈਡਿੰਗ ਸੀ ਗੁਰਬਾਣੀ ਅਨੁਸਾਰ ਕਿ ਜੋ ਬ੍ਰਹਮੰਡੇ ਸੋਈ ਪਿੰਡੇ। ਮੈਂ ਫਿਰ ਦੁਹਰਾ ਦਿਆਂ, ਉਹ ਲਫ਼ਜ਼ ਸਨ
ਗੁਰਬਾਣੀ ਅਨੁਸਾਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸੋ ਲੋ ਅਸੀਂ ਅੱਜ ਖੋਜਣਾ ਹੈ ਕਿ ਆਖਰ ਉਹ ਕਮੀ ਕਿਹੜੀ ਹੈ। ਨਾਲ ਹੀ ਗੁਰਬਾਣੀ ਅੰਦਰ ਇੱਕ ਹੋਰ ਵੀ ਗੱਲ ਸਪਸ਼ਟ ਕੀਤੀ ਗਈ ਸੀ ਜਾਣਕਾਰੀ ਵਜੋਂ, ਉਹ ਇਹ ਕਿ ਬਾਹਰ ਦਾ ਸਭ ਕੁਝ ਪਹਿਲਾਂ ਅੰਦਰ ਤਮੀਰ ਹੁੰਦਾ ਹੈ। ਤੁਸੀਂ ਆਮ ਜੀਵਨ ਵਿੱਚ ਦੇਖੋ, ਜੋ ਕੋਈ ਤੁਸੀਂ ਬਾਹਰ ਕਰਦੇ ਹੋ ਪਹਿਲਾਂ ਅੰਦਰ ਸੋਚਦੇ ਹੋ। ਬਿਲਕੁਲ। ਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਜਵਾਬ ਦਿੱਤਾ ਹੈ। ਕਹਿੰਦੇ ਨੇ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ। ਹਰ ਪੇੜ ਹਰ ਦਰਖਤ ਪਹਿਲਾਂ ਅੰਦਰ ਪੈਦਾ ਹੁੰਦਾ ਹੈ, ਧਰਤੀ ਦੇ ਜੜ ਲੱਗਦੀ ਹੈ ਜੀ, ਫਿਰ ਉੱਪਰ ਛਾਂ ਤੇ ਫਲ ਪੈਦਾ ਹੁੰਦੇ ਨੇ। ਜਿੰਨੇ ਧਰਤੀ ਦੀ ਗਹਿਰਾਈ ਵਿੱਚ ਬੀਜਿਆ ਨਹੀਂ ਕੁਝ, ਉਹ ਉੱਪਰੋਂ ਛਾਂ ਨਹੀਂ ਬਣ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇੱਕ ਗੱਲ ਆਖੀ ਹੈ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਏ, ਬੋਏ ਤੇ ਵਿਵਧ ਕਰੇ ਬਿਰਖਾ ਵਿਸਥਾਰ ਜੀ। ਕਹਿੰਦੇ ਨੇ ਬਟ ਭਾਵ ਬੋੜ, ਗੁੜ ਦਾ ਬੀਜ ਬਹੁਤ ਛੋਟਾ ਹੁੰਦਾ ਹੈ। ਗੋਲ ਦੇ ਅੰਦਰ ਇੱਕ ਜਿਹੜੀ ਗੋਲਾਂ ਲੱਗਦੀਆਂ ਨੇ ਗੁੜ ਨੂੰ, ਦੇ ਇੱਕ ਇੱਕ ਗੋਲ ਵਿੱਚ ਸੈਂਕੜੇ ਬੀਜ ਹੁੰਦੇ ਨੇ। ਇੰਨਾ ਛੋਟਾ, ਤਿਲ ਨਾਲੋਂ ਵੀ ਛੋਟਾ ਹੁੰਦਾ। ਪਰ ਜਦੋਂ ਧਰਤੀ ਦੀ ਗਹਿਰਾਈ ਵਿੱਚ ਬੀਜਦੇ ਹੋ, ਉਹਦੇ ਅੰਦਰ ਰੱਖ ਦਿੰਦੇ ਹੋ, ਤਾਂ ਅੰਦਰੋਂ ਜਦੋਂ ਫੁੱਟਦਾ ਹੈ ਉਦੋਂ ਐਡਾ ਵੱਡਾ ਦਰਖਤ ਬਣ ਜਾਂਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਅੰਦਰ ਦੀ ਬੀਜ ਨੂੰ ਵੇਖ। ਹਰ ਵੱਡੀ ਇਮਾਰਤ ਜਿਹੜੀ ਹੈ ਉਹਦੀ ਬੁਨਿਆਦ, ਉਹਦੀ ਨੀਂਹ ਓਨੀ ਹੀ ਅੰਦਰ ਡੂੰਘੀ ਹੈ ਜਿੰਨੀ ਉੱਚੀ ਇਮਾਰਤ। ਬਿਲਕੁਲ ਜੀ। ਇਸ ਲਈ ਜੇ ਤੂੰ ਆਪਣਾ ਘਰ ਬਣਾਉਣਾ ਹੈ ਤਾਂ ਬਹੁਤ ਜ਼ਰੂਰੀ ਜਿਹੜੀ ਕਮੀ ਸਾਡੇ ਵਿੱਚ ਰਹਿ ਰਹੀ ਹੈ ਉਹ ਇਹ ਕਿ ਅਸੀਂ ਉੱਪਰਲਾ ਘਰ ਤਾਂ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅੰਦਰ ਬੀਜ ਨਹੀਂ ਪਾ ਰਹੇ। ਲੋ, ਮੈਂ ਹੁਣ ਉਸ ਪਾਸੇ ਵਧਣਾ ਚਾਹਨਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ। ਹਾਂਜੀ ਜੀ। ਇਸ ਲਈ ਪਹਿਲਾਂ ਸਾਨੂੰ ਅੰਦਰ ਦੇ ਘਰ ਦੀ ਤਾਮੀਰ ਕਰਨੀ ਪਏਗੀ। ਅੰਦਰ ਦੇ ਘਰ ਤੇ ਬਾਹਰ ਦੇ ਘਰ ਦੀ ਬੜੀ ਡੂੰਘੀ ਸਾਂਝ। ਦੋਵਾਂ ਘਰਾਂ ਦੀ ਉਸਾਰੀ ਦੀ ਤਰਕੀਬ ਵੀ ਇੱਕੋ ਜਿਹੀ। ਇੱਕ ਮੈਂ ਵਰਜ਼ ਕਰ ਅਗਾਮ ਆਪਾਂ ਵਿਚਾਰਾਂਗੇ ਇਸ ਚੀਜ਼ ਨੂੰ। ਸਬਜੈਕਟ ਬੜਾ ਖੂਬ ਹੈ, ਇਹਨੂੰ ਹੋ ਸਕਦਾ ਅਸੀਂ ਇਸ ਪੀਰੀਅਡ ਵਿੱਚ ਖਤਮ ਨਾ ਕਰ ਸਕੀਏ, ਅਗਲਾ ਵੀ ਨਾਲ ਲਈਏ, ਕਿਉਂਕਿ ਜਿੰਨੀ ਖੂਬ ਚੀਜ਼ ਹੋਵੇ ਉਹਨੂੰ ਓਨਾ ਹੀ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ। ਇੱਥੇ ਹੁਣ ਇੱਕ ਤਾਂ ਮਸਲਾ ਹੋ ਗਿਆ ਕਿ ਬਾਹਰਲਾ ਘਰ ਉਸਾਰਨ ਲਈ ਪਹਿਲਾਂ ਅੰਦਰ ਉਹਨੂੰ ਲਿਜਾਣਾ ਜ਼ਰੂਰੀ ਹੈ। ਅੰਦਰੋਂ ਸ਼ੁਰੂ ਹੁੰਦੀ ਹੈ ਬੁਨਿਆਦ, ਤਾਂ ਬਾਹਰ ਘਰ ਆਉਂਦਾ। ਅੰਦਰੋਂ ਸ਼ੁਰੂ ਹੁੰਦੀ ਹੈ ਜੜ, ਤਾਂ ਬਾਹਰ ਦਰਖਤ ਬਣਦਾ, ਫਲ ਬਣਦੇ। ਸਤਿਗੁਰੂ ਨੇ ਵੀ ਇਸੇ ਲਈ ਬਾਣੀ ਕਹਿ ਦਿੱਤਾ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ। ਹੁਣ ਅੰਦਰ ਦਾ ਘਰ ਉਸਾਰਨ ਲਈ ਇੱਕ ਖਿਆਲ ਸਾਨੂੰ ਹੋਵੇ ਕਿ ਦੋਵਾਂ ਦੀ ਤਰਕੀਬ ਇੱਕੋ ਹੈ, ਵੱਖਰੀ ਵੱਖਰੀ ਨਹੀਂ ਜੀ। ਇੱਕ ਖਿਆਲ ਕਰਿਓ, ਘਰ ਦੀ ਉਸਾਰੀ ਆਰਕੀਟੈਕਟ, ਨਕਸ਼ਾ ਬਣਾਉਣ ਵਾਲੇ ਅਤੇ ਰਾਜ ਮਿਸਤਰੀ ਤੇ ਨਿਰਭਰ ਕਰਦੀ ਹੈ। ਮੈਂ ਦੇਖਦਾ ਹਾਂ ਅੰਦਰ ਦੇ ਘਰ ਉਸਾਰਨ ਵਾਲੇ ਆਰਕੀਟੈਕਟ ਅੱਜ ਸਾਧ ਬਾਣੇ ਵਿੱਚ ਗਲੀ ਗਲੀ ਡੇਰੇ ਬਣਾ ਕੇ ਬੈਠੇ ਨੇ। ਉਹ ਕਹਿੰਦੇ ਨੇ ਤੁਹਾਡੇ ਅੰਦਰ ਦਾ ਘਰ ਅਸੀਂ ਉਸਾਰਨੇ ਆ। ਗੱਲ ਪਹਿਲਾਂ ਅੰਦਰ ਦੇ ਘਰ ਦੀ ਸੋਚ ਲਈਏ।
ਉਹ ਆਰਕੀਟੈਕਟ ਬੜੇ ਬੈਠੇ ਨੇ ਸਭ ਬਾਣਿਆਂ ਵਿੱਚ। ਆਮ ਲੋਕ ਉਹਨਾਂ ਤੋਂ ਹੀ ਅੰਦਰ ਦੇ ਘਰ ਦੀ ਉਸਾਰੀ ਕਰਾ ਲੈਂਦੇ ਨੇ, ਤੇ ਫਿਰ ਜਿਹੜੇ ਉਹਨਾਂ ਕੋਲੋਂ ਕਰਾਉਂਦੇ ਨੇ ਉਹ ਤੁਸੀਂ ਅੰਦਾਜ਼ਾ ਲਾਓ ਬਾਹਰ ਦੇ ਘਰ ਵੀ ਉਹ ਜਿਹੇ ਬਣਦੇ ਹੋਣਗੇ। ਪਰ ਗੁਰਬਾਣੀ ਨੇ ਆਪਣੀ ਰਸਨਾ ਤੋਂ ਅੰਦਰ ਦੇ ਘਰ ਦੀ ਗੱਲ ਵੀ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਕਿ ਗੁਰਬਾਣੀ ਦੇ ਮੁਤਾਬਕ ਅੰਦਰ ਜਿਹੜਾ ਘਰ ਬਣਨਾ ਹੈ ਉਹ ਅਹਿਲ ਭਾਵ ਜਿਹੜਾ ਕਦੀ ਸੰਸਾਰ ਅੰਦਰ ਜ਼ਲਜ਼ਲੇ ਆਉਣ, ਤੂਫਾਨ ਆਉਣ, ਕੋਈ ਭੁਚਾਲ ਆਉਣ ਪਰ ਉਹਨਾਂ ਨੂੰ ਖਤਰਾ ਨਾ ਹੋਵੇ। ਸਤਿਗੁਰੂ ਕਹਿੰਦੇ ਨੇ ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਾਲੇ। ਪਹਿਲਾ ਗੱਡ ਦਾ ਮਤਲਬ ਕੀ ਹੈ? ਧਰਤੀ ਵਿੱਚ ਗੱਡਿਆ ਹੋਇਆ ਥੰਮ ਜਿਹੜੇ ਨੇ ਪਿੱਲਰ ਹਮੇਸ਼ਾ ਧਰਤੀ ਦੇ ਥੱਲਿਓਂ ਸ਼ੁਰੂ ਹੁੰਦੇ, ਦੀਵਾਰਾਂ ਤਾਂ ਉੱਪਰੋਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ, ਪਰ ਜਿਨ੍ਹਾਂ ਦੇ ਪਿੱਲਰ ਥੱਲੇ ਡੂੰਘੇ ਹੋਣ। ਥੰਮ ਦਾ ਮਤਲਬ ਹੁੰਦਾ ਪਿੱਲਰ। ਇੱਥੇ ਲਫ਼ਜ਼ ਨਾਲ ਗੱਡ ਬਣਾ ਦਿੱਤਾ। ਹੁਣ ਗੁਰਬਾਣੀ ਹੈ, ਇਹਨੂੰ ਸਮਝਣਾ। ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹੱਲੇ। ਹਾਂਜੀ, ਤੇ ਅੱਗੇ ਜਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਘਰ ਬਣਾਉਣ ਵਾਲਾ ਬੰਧਾਨੀ, ਚੰਗਾ ਰਾਜ ਮਿਸਤਰੀ, ਠੇਕੇਦਾਰ ਕੌਣ ਹੈ? ਕਹਿਣ ਲੱਗੇ ਕਹੋ ਨਾਨਕ ਨੇਚਲ ਘਰ ਬੰਧਿਓ, ਉਹ ਅਹੱਲੇ ਘਰ ਬਣਨ ਵਾਲਾ। ਕਹੋ ਨਾਨਕ ਨੇਚਲ ਘਰ ਬੰਧਿਓ, ਗੁਰ ਕੀਓ ਬੰਧਾਨੀ। ਉਹ ਜਿਹੜਾ ਅੰਦਰਲਾ ਘਰ ਹੈ ਉਹ ਗੁਰੂ ਬਣਾਉਂਦਾ ਜੀ, ਉਹ ਉਹਦਾ ਬੰਧਾਨੀ ਹੈ, ਠੇਕੇਦਾਰ ਹੈ, ਰਾਜ ਮਿਸਤਰੀ ਹੈ। ਤੇ ਧਰਮ ਦਾ ਪਿੱਲਰ ਕੱਢਦਾ ਡੂੰਘਾ ਕਰਕੇ। ਜਿਹੜਾ ਧਰਮ ਦਾ ਪਿੱਲਰ ਜਿਹੜਾ ਹੈ ਉਹ ਕਿਸੇ ਜ਼ਲਜ਼ਲੇ ਨਾਲ, ਤੂਫਾਨ ਨਾਲ ਹਿੱਲਦਾ ਨਹੀਂ। ਸਾਡੇ ਤੇ ਜ਼ਰਾ ਔਕੜਾਂ ਆ ਜਾਣ, ਅਸੀਂ ਆਪਣਾ ਧਰਮ ਛੱਡ ਕੇ ਜਾ ਕੇ ਦਰ ਦਰ ਭਟਕਣ ਲੱਗ ਪੈਂਦੇ। ਹੁਣ ਗੁਰਬਾਣੀ ਦਾ ਸਾਰਾ ਹੈ ਨਾ, ਉਹ ਜਿਹੜਾ ਗੁਰੂ ਬਣਾਉਂਦਾ ਹੈ। ਹੁਣ ਦੇਖਣਾ ਕਿਤੇ ਐਸਾ ਤੇ ਨਹੀਂ ਕਿ ਅੰਦਰ ਦੀ ਤਾਮੀਰ ਅਸੀਂ ਨਹੀਂ ਕਰ ਸਕੇ। ਨਾ ਸਾਡੇ ਕੋਲ ਧਰਮ ਦਾ ਅਹਲ ਗੱਡਿਆ ਗਿਆ ਥੰਮ ਹੈ, ਨਾ ਸਾਡੇ ਕੋਲ ਉਹ ਜਿਹਾ ਬੰਧਾਨੀ ਗੁਰੂ ਹੈ। ਅਸੀਂ ਤਾਂ ਬਚਿੱਤਰ ਨਾਟਕ ਕੋਲੋਂ ਆਪਣਾ ਘਰ ਉਸਾਰਨਾ ਅੰਦਰ ਸ਼ੁਰੂ ਕਰ ਲਿਆ। ਹੁਣ ਇੱਕ ਮਿੰਟ ਮੈਂ ਅੱਗੇ ਵਧਣਾ ਚਾਹੁੰਦਾ, ਜ਼ਰਾ ਸੋਚਿਓ ਕਿ ਸਭ ਲੋਕ ਬਾਹਰ ਦਾ ਘਰ ਉਸਾਰਦੇ ਹਨ ਕਿਉਂਕਿ ਦੋਹਾਂ ਦੀ ਤਰਕੀਬ ਇੱਕੋ ਜਿਹੀ ਹੈ। ਜੇ ਕਿਸੇ ਦੇ ਅੰਦਰ ਦਾ ਘਰ ਕਿਸੇ ਸ਼ੈਤਾਨ ਦਾ ਉਸਾਰਿਆ ਹੋਵੇਗਾ ਤਾਂ ਉਹ ਮਨੁੱਖ ਆਪਣਾ ਬਾਹਰ ਦਾ ਘਰ, ਦੇਸ਼ ਵੀ ਸ਼ੈਤਾਨੀਅਤ ਦਾ ਘਰ ਬਣਾ ਦੇਵੇਗਾ। ਬਿਲਕੁਲ ਬਿਲਕੁਲ। ਅੱਜ ਅਸੀਂ ਜਿਹੜੇ ਘਰਾਂ, ਦੇਸ਼ਾਂ ਵਿੱਚ ਅਨਿਆਏ, ਜ਼ੁਲਮ, ਕਰਪਸ਼ਨ ਦੇਖ ਰਹੇ ਹਾਂ, ਸਮਝ ਲਓ ਉਸ ਦੇਸ਼ ਦੇ ਘਰ ਦੀ ਚਾਬੀ ਜਿਸ ਕੋਲ ਹੈ, ਉਸ ਦੇ ਅੰਦਰ ਦਾ ਘਰ ਜ਼ਰੂਰ ਕਿਸੇ ਸ਼ੈਤਾਨ ਨੇ ਉਸਾਰਿਆ। ਮੈਂ ਇਸ ਗੱਲ ਨੂੰ ਫਿਰ ਦੁਹਰਾ ਦਿਆਂ ਕਿ ਜਿਨ੍ਹਾਂ ਦੇਸ਼ਾਂ ਵਿੱਚ, ਜਿਨ੍ਹਾਂ ਘਰਾਂ ਵਿੱਚ, ਘਰ ਸਾਡਾ ਦੇਸ਼ ਹੈ। ਸਤਿਗੁਰੂ ਨੇ ਬਾਣੀ ਵਿੱਚ ਵੀ ਦੇਸ਼ ਨੂੰ ਘਰ ਆਖਿਆ ਜੀ। ਬਿਲਕੁਲ, ਘਰ ਸਾਡਾ ਦੇਸ਼ ਹੈ। ਕਹਿਣ ਲੱਗੇ ਜਿਸ ਦੇਸ਼ ਵਿੱਚ ਕਰਪਸ਼ਨ, ਬੇਰੁਜ਼ਗਾਰੀ, ਅਨਿਆਏ, ਬੇਇਨਸਾਫੀ ਤੇ ਜ਼ੁਲਮ ਹੋਵੇ, ਸਮਝ ਲਓ ਉਸ ਦੇਸ਼ ਦੀ ਚਾਬੀ ਜਿੰਦੇ ਕੋਲ ਹੈ, ਉਹਦੇ ਅੰਦਰ ਦਾ ਘਰ ਜ਼ਰੂਰ ਕਿਸੇ ਸ਼ੈਤਾਨ ਨੇ ਉਸਾਰਿਆ। ਹੁਣ ਤੁਸੀਂ ਆਪੇ ਸੋਚ ਲਓ ਵੀ ਕਿਹੜਾ ਕਿਹੜਾ ਦੇਸ਼ ਐਸਾ ਹੈ ਤੇ ਕਿਹੜਾ ਕਿਹੜਾ ਸ਼ਾਸਕ ਐਸਾ ਹੈ ਜਿਹਦੇ ਕੋਲ ਚਾਬੀ ਹੈ ਉਸ ਦੇਸ਼ ਦੀ, ਤੇ ਉਸ ਦੇਸ਼ ਦੇ ਚਾਬੀ ਦੇ ਮਾਲਕ ਬਣੇ ਬੈਠੇ ਉਸ ਵਿਅਕਤੀ ਦਾ ਅੰਦਰ ਦਾ ਘਰ ਕਿਸ ਸ਼ੈਤਾਨ ਨੇ ਉਸਾਰਿਆ ਹੋਵੇਗਾ। ਸਾਨੂੰ ਸਾਰੀ ਇਹ ਤਸਵੀਰ ਬਾਣੀ ਵਿੱਚੋਂ ਸਾਹਮਣੇ ਆ ਜਾਂਦੀ ਹੈ। ਖੁਸ਼ਕਿਸਮਤੀ ਨਾਲ ਸਾਡੇ ਪਿਤਾ ਨੇ
ਸਾਡੇ ਜੀਵਨ ਦਾ ਘਰ ਬਣਾ ਕੇ ਇਸ ਵਿੱਚ ਸਾਡੀ ਅਮੀਰੀ ਦੀ ਨਿਸ਼ਾਨੀ ਅਣਹੱਥ ਬਾਣੀ ਪੂੰਜੀ ਦਾ ਭੰਡਾਰ ਰੱਖ ਕੇ ਪੂੰਜੀ ਸਾਨੂੰ ਸੌਂਪ ਦਿੱਤੀ ਸੀ। ਮੈਂ ਉਧਰ ਬਦਲਣਾ ਚਾਹਣਾ ਕਿ ਸਾਡੇ ਵਿੱਚ ਕੀ ਕਮਜ਼ੋਰੀ ਆਈ ਕਿ ਅਸੀਂ ਅੰਦਰ ਦਾ ਘਰ ਨਹੀਂ ਬਣਾ ਸਕੇ, ਤੇ ਅੰਦਰ ਦਾ ਘਰ ਨਾ ਉਹ ਸਾਰੇ ਜਾਣ ਕਰਕੇ ਅਸੀਂ ਸਾਡੇ ਕੋਲੋਂ ਬਾਹਰ ਦਾ ਘਰ ਨਹੀਂ ਬਣਾਇਆ ਜਾ ਸਕਦਾ ਪਿਆ। ਆ ਕਮਜ਼ੋਰੀ ਹੈ। ਇਸ ਗੱਲ ਨੂੰ ਸਮਝ ਲਿਓ। ਜਿੰਨੀ ਦੇਰ ਅਸੀਂ ਅੰਦਰ ਦਾ ਘਰ ਬਾਖੂਬ, ਜਿਵੇਂ ਗੁਰੂ ਨਾਨਕ ਨੇ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਝੋਲੀ ਪਾਇਆ ਸੀ ਸਾਰਾ ਖਜ਼ਾਨਾ ਤੇ ਉਸਾਰੀ ਕਰਕੇ, ਗੁਰ ਕੀਓ ਬੰਧਾਨੀ ਨੇ ਸਾਡਾ ਅੰਦਰ ਦਾ ਘਰ, ਜਿੰਨੀ ਦੇਰ ਅਸੀਂ ਉਹ ਘਰ ਮਜ਼ਬੂਤ ਨਹੀਂ ਕਰਾਂਗੇ, ਬਾਹਰ ਦੇ ਘਰ ਦੇ ਐਵੇਂ ਧੱਕੇ ਖਾਂਦੇ ਰਵਾਂਗੇ। ਬਿਲਕੁਲ ਬਿਲਕੁਲ। ਫਿਰ ਦੁਹਰਾ ਦਿਆ। ਹੁਣ ਦੇਖਿਓ, ਚੰਗਾ ਹੁੰਦਾ ਉਹ ਪੂੰਜੀ ਸਾਨੂੰ ਸੌਂਪ ਦਿੱਤੀ। ਚੰਗਾ ਹੁੰਦਾ ਜੇ ਅਸੀਂ ਇਸ ਜ਼ਿੰਮੇਵਾਰੀ ਨੂੰ ਚਤੰਨ ਹੋ ਕੇ ਨਿਭਾਉਂਦੇ, ਇਸ ਭੰਡਾਰ ਨੂੰ ਸੰਭਾਲ ਕੇ ਰੱਖਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੰਡਾਰ ਨੂੰ, ਸਾਡੇ ਜੀਵਨ ਦੇ ਘਰ ਨੂੰ ਕੋਈ ਹੋਰ ਆਪਣੀ ਮਰਜ਼ੀ ਨਾਲ ਬ੍ਰਾਹਮਣਿਜ਼ਮ ਦੇ ਸਮਾਨ ਨਾਲ ਸਜਾਵੇ, ਅਸੀਂ ਇਹ ਹੱਕ ਕਿਸੇ ਨੂੰ ਨਾ ਦਿੰਦੇ। ਪਰ ਐਸਾ ਨਹੀਂ ਹੋਇਆ। ਅਸੀਂ ਪੂੰਜੀ ਅਤੇ ਪੂੰਜੀ ਦੋਨੋਂ ਚੀਜ਼ਾਂ, ਅਸੀਂ ਪੂੰਜੀ ਅਤੇ ਪੂੰਜੀ ਦੀ ਸੰਭਾਲ ਹੀ ਨਾ ਕਰ ਸਕੇ। ਪਦਾਰਥਵਾਦ ਅਤੇ ਨਿਜ ਬਲ ਦੇ ਅੰਧੇਰੇ ਵਿੱਚ ਸਾਡੇ ਕੋਲ ਇਸ ਪਵਿੱਤਰ ਖਜ਼ਾਨੇ ਦੀ ਪੂੰਜੀ ਹੀ ਗੁਆਚ ਗਈ। ਅੱਜ ਫਿਰ ਅਸੀਂ ਗੁਰੂ ਸਿਧਾਂਤ ਰੂਪ ਘਰ ਤੋਂ ਬੇਘਰ ਹੋ ਕੇ, ਜਿਹੜਾ ਅੰਦਰ ਸਿਧਾਂਤ ਰੂਪ ਘਰ ਪਹਿਲਾਂ ਤਰਾਸ਼ਿਆ ਜਾਣਾ ਸੀ, ਉਸਾਰੀ ਹੋਣੀ ਸੀ, ਤਾਮੀਰ ਹੋਣੀ ਸੀ, ਜਿੰਦਾ ਬੰਧਾਨੀ ਗੁਰੂ ਸੀ, ਉਹਦਾ ਬੰਧਾਨੀ ਅੱਜ ਬਚਿੱਤਰ ਨਾਟਕ ਬਣ ਗਿਆ। ਇੱਕ ਸੋਚਿਓ, ਕਹਿਣ ਲੱਗੇ ਇਹ ਕਾਰਨ ਹੈ ਕਿ ਇਸ ਪਵਿੱਤਰ ਖਜ਼ਾਨੇ ਦੀ ਪੂੰਜੀ ਹੀ ਗੁਆਚ ਗਈ। ਅੱਜ ਫਿਰ ਅਸੀਂ ਗੁਰੂ ਸਿਧਾਂਤ ਰੂਪ ਘਰ ਤੋਂ ਬੇਘਰ ਹੋ ਕੇ ਭੇਖਧਾਰੀਆਂ ਦੇ ਡੇਰਿਆਂ ਤੇ ਦਰ ਦਰ ਭਟਕ ਰਹੇ ਹਾਂ। ਤੁਸੀਂ ਆਖੋਗੇ ਵੀ ਆਖਰ ਬਹੁਤ ਲੋਕ ਕਿਰਾਏ ਤੇ ਵੀ ਤਾਂ ਰਹਿੰਦੇ ਨੇ। ਲੋ, ਮੈਂ ਹਰ ਪੱਖ ਨੂੰ ਨਾਲ ਛੋਣਾ ਚਾਹੁੰਦਾ। ਅਸੀਂ ਅਜੇ ਤੱਕ ਵੀ ਆਪਣਾ ਘਰ ਅੰਦਰ ਦਾ ਨਹੀਂ ਬਣਾ ਰਹੇ, ਅਸੀਂ ਗੁਰੂ ਦੇ ਨਹੀਂ ਬਣ ਰਹੇ। ਉਸ ਦੀ ਬੰਧਾਣੀ ਥੱਲੇ ਆਪਣੇ ਅੰਦਰ ਦਾ ਧਰਮ ਦਾ ਗੱਡ ਥੰਮ ਹੱਲੇ ਵਾਲਾ ਘਰ ਪੈਦਾ ਨਹੀਂ ਕਰ ਰਹੇ। ਅਸੀਂ ਬਾਹਰਲੇ ਘਰ ਨੂੰ ਕਿਆਫੇ ਲਾ ਕੇ ਤੇ ਬਾਹਰਲੇ ਘਰ ਦੀਆਂ ਆਸਾਂ ਰੱਖ ਕੇ ਬੜੀਆਂ ਕੁਰਬਾਨੀਆਂ, ਬੜਾ ਕੁਝ ਕਰ ਲਿਆ, ਪਰ ਉਸ ਕੁਰਬਾਨੀਆਂ ਦਾ ਸਾਰਾ ਕੁਝ ਖਮਿਆਜ਼ਾ, ਜੋ ਵੈਲਿਊ, ਕੀਮਤ ਸਾਨੂੰ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ। ਤਾਂ ਉਸ ਦਾ ਕਾਰਨ ਸਿਰਫ ਸਾਡੇ ਕੋਲੋਂ ਅੰਦਰ ਦਾ ਘਰ ਨਹੀਂ। ਮੈਂ ਨਾਲ ਕੁਝ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਕਦੀ ਨੌਜਵਾਨ ਵੀਰਾਂ ਨੂੰ ਜਿਹੜੇ ਉਸ ਵਕਤ ਕੁਰਬਾਨੀਆਂ ਕਰ ਰਹੇ ਸਨ, ਮੈਂ ਉਹਨਾਂ ਨੂੰ ਇੱਕ ਐਗਜ਼ਾਮਪਲ ਦਿੱਤੀ ਸੀ। ਮੈਂ ਆਖਿਆ, ਜਿਸ ਨੂੰ ਤੁਸੀਂ ਖਾਲਸਾ ਰਾਜ ਕਦੀ ਕਹਿੰਦੇ ਹੋ, ਭਾਵੇਂ ਕੁਝ ਸਮੇਂ ਲਈ ਬਣਿਆ, ਜਿਹਨੂੰ ਤੁਸੀਂ ਅਪਣਾ ਲਿਆ, ਆਖਿਆ ਖਾਲਸਾ ਰਾਜ ਹੈ। ਪਰ ਮੈਂ ਪੁੱਛਦਾ, ਮੈਂ ਆਖਿਆ ਜਦੋਂ ਮਿਸਲਾਂ ਵੇਲੇ ਕੀ ਉਸ ਤੋਂ ਬਾਅਦ ਹੀ ਖਾਲਸਾ ਰਾਜ ਬਣਿਆ? ਕੀ ਆਇਆ ਦੱਸੋਗੇ ਕਿ ਤੁਹਾਡੇ ਕੋਲ ਉਸ ਵਕਤ ਦੀ ਸਰਕਾਰ ਜਾਂ ਜ਼ਾਲਮ ਦੇ ਸਾਹਮਣੇ ਦੋ ਹੱਥ ਕਰਨ ਵਾਸਤੇ ਹਥਿਆਰ ਜ਼ਿਆਦਾ ਕੀਮਤੀ ਸਨ, ਜਾਂ ਤੁਹਾਡੀ ਗਿਣਤੀ ਫੌਜੀਆਂ ਦੀ ਜ਼ਿਆਦਾ ਸੀ, ਖੜਕੂਆਂ ਦੀ? ਕੀ ਕਾਰਨ ਹੈ? ਉਹ ਰਾਜ ਕਿਵੇਂ ਬਣ ਗਿਆ? ਸਾਨੂੰ ਸੋਚਣਾ ਪਏਗਾ। ਸਾਡੇ ਕੋਲ ਹਥਿਆਰ ਵੀ ਕੋਈ ਕੀਮਤੀ ਨਹੀਂ ਸਨ, ਬਰੂਦ ਸਿੱਕਾ ਵੀ ਕੋਈ ਨਹੀਂ ਸੀ, ਫਿਰ ਖਾਲਸਾ ਰਾਜ ਕਿਵੇਂ ਬਣ ਗਿਆ? ਜੰਗਲਾਂ ਵਿੱਚ ਅਸੀਂ ਰਹਿੰਦੇ ਸਾਂ, ਘੋੜਿਆਂ ਦੀ ਕਾਠੀਆਂ ਹੀ ਸਾਡਾ ਘਰ ਸੀ, ਛੋਲਿਆਂ ਦੇ ਦਾਣੇ ਖਾ ਕੇ ਤੇ ਕਿਸੇ ਦਰਿਆ ਤੋਂ ਠੰਡਾ ਪਾਣੀ ਪੀ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਸਾਂ। ਉਸ ਟਾਈਮ ਤੇ ਖਾਲਸਾ ਰਾਜ ਬਣਨਾ ਆਖਰ ਸਾਨੂੰ ਸੋਚਣਾ ਪਏਗਾ ਕਿਉਂ ਬਣਿਆ। ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਤੁਸੀਂ ਸੋਚੋ, ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਹਿੰਦੁਸਤਾਨ ਤੋਂ ਲੁੱਟ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਨੂੰ ਵੇਚੀਆਂ ਜਾਂਦੀਆਂ ਸਨ, ਉਸ ਟਾਈਮ ਤੇ ਬਿਨਾਂ ਕਿਸੇ ਸੋਚਦੇ ਕਿ ਇਹ ਬੱਚੀ ਕਿੰਦੀ ਹੈ, ਉਹਨਾਂ ਦੇ ਰੋਣ ਦੀ ਆਵਾਜ਼ ਸੁਣ ਕੇ
ਤੁਸੀਂ ਆਪਣੀਆਂ ਜਾਨਾਂ ਹੂਲ ਕੇ ਕੁਰਬਾਨੀਆਂ ਕਰਕੇ ਉਹਨਾਂ ਨੂੰ ਛੁਡਾ ਕੇ ਲਿਆ ਕੇ ਜਿੱਥੇ ਉਹ ਦੱਸਦੀਆਂ ਸਨ ਆਪਣੇ ਘਰ, ਆਪਣੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਂਦੇ ਸੋ। ਤੇ ਉਸ ਵਕਤ ਇੱਕ ਖਿਆਲ ਕਰਿਓ, ਉਹਨਾਂ ਘਰਾਂ ਵਾਲਿਆਂ ਦੇ, ਉਹਨਾਂ ਲੋਕਾਂ ਦੇ ਅੰਦਰ ਦੀ ਇੱਕ ਅਸੀਸ ਨਿਕਲਦੀ ਸੀ, ਰੱਬ ਕਰੇ ਰਾਜ ਇਹਨਾਂ ਦਾ ਹੀ ਹੋ ਜਾਏ। ਵਾਹਿਗੁਰੂ, ਵਾਹ ਵਾਹ ਵਾਹ। ਰੱਬ ਕਰੇ ਰਾਜ ਇਹਨਾਂ ਦਾ ਹੋ ਜਾਏ। ਤੁਹਾਡੇ ਇਹਨਾਂ ਗੁਣਾਂ ਨੇ, ਤੁਹਾਡੀਆਂ ਇਹਨਾਂ ਚੰਗਿਆਈਆਂ ਨੇ ਤੇ ਉਹਨਾਂ ਦੀਆਂ ਅਸੀਸਾਂ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਕਿ ਕਦੀ ਇਹ ਨਹੀਂ ਸੀ ਆਇਆ ਕਿ ਇੱਕ ਬੱਚੀ ਕਹਿੰਦੀ ਹੈ। ਪਰ ਮੈਂ ਹੈਰਾਨ ਹਾਂ, ਮੈਨੂੰ ਫਿਰ ਐਗਜ਼ਾਮਪਲ ਦੁੱਖ ਨਾਲ ਅੱਜ ਸਮਾਂ ਬਣਿਆ ਹੈ, ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਰੱਖਣਾ। ਜਿਸ ਟਾਈਮ ਤੇ ਕਦੀ ਗੋਬਿੰਦ ਰਾਮ ਨੇ ਅਨਿਆਏ ਤੇ ਜ਼ੁਲਮ ਕੀਤਾ ਸੀ, 2 ਬੱਚੀਆਂ ਨੂੰ ਕੁੱਟਿਆ ਸੀ, ਉਹ ਦੋਨੋਂ ਬੱਚੀਆਂ ਗੁਰਮੀਤ ਕੌਰ ਤੇ ਮੇਰੇ ਖਿਆਲ ਇੱਕ ਹੋਰ ਨਾਮ ਸੀ ਗੁਰਦੇਵ ਕੌਰ, ਉਹ ਦੋਨੋਂ ਬੱਚੀਆਂ ਨੂੰ ਉਹਨੇ ਜ਼ੁਲਮ ਕੀਤਾ। ਪਤਾ ਲੱਗਾ ਸਾਨੂੰ ਪੇਪਰ ਰਾਹੀਂ, ਅਸੀਂ ਉਸ ਦਾ ਛੁਡਾਉਣ ਵਾਸਤੇ ਸੰਘਰਸ਼ ਕੀਤਾ। ਉਹ 2 ਬੱਚੀਆਂ, ਬੜੇ ਲੰਬੀ ਚੌੜੀ ਕਹਾਣੀ ਹੈ ਕਿ ਅੱਧੀ ਰਾਤ ਨੂੰ ਗੌਰਮੈਂਟ ਨੂੰ ਮਜਬੂਰ ਹੋ ਕੇ ਥਾਣੇ ਵਿੱਚ ਅਦਾਲਤ ਬਿਠਾ ਕੇ ਉਹਨਾਂ ਨੂੰ ਛੱਡਣਾ ਪਿਆ, ਕਿਉਂਕਿ ਅਸੀਂ ਉਸ ਵਕਤ ਚੈਲੰਜ ਕਰ ਚੁੱਕੇ ਸਾਂ ਕਿ ਸਵੇਰ ਤੋਂ ਪਹਿਲਾਂ ਜੇ ਬੱਚੀਆਂ ਨਹੀਂ ਆਉਂਦੀਆਂ ਤੇ ਅਸੀਂ ਅਗਲਾ ਸਾਡਾ ਸਟੈਪ ਇਹ ਹੋਏਗਾ। ਸਾਰੀ ਰਾਤ ਕੋਸ਼ਿਸ਼ ਚੱਲਦੀ ਰਹੀ ਕਿ ਕਿਸੇ ਤਰ੍ਹਾਂ ਇਹ ਆਪਣਾ ਉਹ ਚੈਲੰਜ ਵਾਪਸ ਲੈ ਲੈਣ। ਜਦੋਂ ਅਸੀਂ ਆਖਿਆ ਨਹੀਂ, ਅਸੀਂ ਜ਼ਬਾਨੀ ਗੱਲਾਂ ਕਰਨ ਵਾਲੇ ਨਹੀਂ, ਤਾਂ ਅਖੀਰ ਨੂੰ ਰਾਤ ਨੂੰ 2 ਵਜੇ ਉਹਨਾਂ ਨੂੰ ਅਦਾਲਤ ਲਾਉਣੀ ਪਈ ਥਾਣੇ ਵਿੱਚ। ਬੜੀ ਕਹਾਣੀ ਲਿਖੀ ਹੋਈ ਹੈ ਸਾਰੀ ਜੀ, ਬਿਲਕੁਲ ਬਿਲਕੁਲ। ਲਾਉਣੀ ਪਈ ਤੇ ਉੱਥੇ ਉਹ ਕੇਸ ਖਤਮ ਕਰਕੇ ਹੁਣ ਤੋਂ ਉਹ ਬੱਚੀਆਂ ਫਿਰ ਆਉਣ ਲਈ ਤਿਆਰ ਨਹੀਂ ਸਨ ਪੁਲਿਸ ਦੇ ਨਾਲ। ਫਿਰ ਸਾਨੂੰ ਫੋਨ ਆਇਆ ਭਾਈ ਗੁਰਦਾਸ ਹਾਲ ਵਿੱਚ ਕਿ ਉਹ ਅਸੀਂ ਰਿਹਾ ਕਰ ਦਿੱਤੀਆਂ ਨੇ, ਪਰ ਉਹ ਪੁਲਿਸ ਨਾਲ ਅਸੀਂ ਤੁਹਾਡੇ ਕੋਲ ਪਹੁੰਚਾਈਏ ਕਿਵੇਂ, ਉਹ ਆਉਣ ਲਈ ਤਿਆਰ ਨੇ। ਉਸ ਟਾਈਮ ਤੇ ਆਪਣਾ ਸਰਦਾਰ ਜੋਗਿੰਦਰ ਸਿੰਘ ਤਲਵਾੜਾ ਅਖੰਡ ਕੀਰਤਨੀ ਜਥੇ ਦੇ, ਕਿਉਂਕਿ ਉਹ ਬੱਚੀਆਂ ਦੋਨੋਂ ਅਖੰਡ ਕੀਰਤਨੀ ਜਥੇ ਦੀਆਂ ਸਨ, ਉਹ ਸਿੰਘ ਤਲਵਾੜਾ ਉਹਨੇ ਅਖੰਡ ਕੀਰਤਨੀ ਜਥੇ ਦੇ ਮੁਖੀਆਂ ਵਿੱਚੋਂ ਸਨ। ਮੈਂ ਉਹਨਾਂ ਨੂੰ ਉਸ ਵੇਲੇ ਫੋਨ ਕੀਤਾ ਭਾਈ ਗੁਰਦਾਸ ਹਾਲ ਵਿੱਚੋਂ ਤੇ ਆਪਣੀ ਗੱਡੀ ਦਿੱਤੀ ਤੇ ਆਖਿਆ ਤੁਸੀਂ ਜਾਓ ਉਹਨਾਂ ਬੱਚੀਆਂ ਥਾਣੇ ਤੋਂ ਬਟਾਲੇ ਤੋਂ ਲੈ ਆਓ। ਉਹ ਲੈ ਕੇ 4 ਵਜੇ ਜੀ ਭਾਈ ਗੁਰਦਾਸ ਹਾਲ ਸਿੱਧੇ ਆਏ। ਖੈਰ ਇਹ ਲੰਬੀ ਚੌੜੀ ਮੇਰੀ ਕਿਤਾਬ ਵਿੱਚ ਵੀ, ਹੱਡ ਬੀਤੀਆਂ ਦੀ ਕਿਤਾਬ ਵਿੱਚ ਇਹ ਕਹਾਣੀ ਸਾਰੀ ਲਿਖੀ ਹੋਈ ਹੈ, ਫੋਟੋਆਂ ਵੀ ਪਈਆਂ ਹੋਈਆਂ। ਖੈਰ ਚਲੋ ਮੈਂ ਉਸ ਪਾਸੇ ਨਹੀਂ ਜਾਵਾਂ। ਮੈਂ ਫਿਰ ਦੁਹਰਾ ਦਿਆਂ ਜਿਹੜਾ ਦੁੱਖ ਵਾਲੀ ਗੱਲ ਕਿ ਦੂਜੇ ਦਿਨ ਸਾਡੇ ਵਿੱਚ ਉਹ ਲੋਕ ਬੈਠੇ ਨੇ ਬੰਸੀ ਵਰਗੇ, ਦੂਜੇ ਦਿਨ ਮੇਰੇ ਖਿਲਾਫ ਇਹ ਬਿਆਨ ਸੀ ਕਿ ਇਹਨੂੰ 2 ਬੀਬੀਆਂ ਸਿਰਫ ਬੱਬਰਾਂ ਦੀਆਂ ਹੀ ਦਿਸੀਆਂ, ਹੋਰ ਨਾ ਦਸੀਆਂ। ਉਹ ਭਲੇ ਉਹ ਬੱਬਰਾਂ ਵੀ ਤੁਹਾਡੇ ਸਨ ਤੇ ਅਖੰਡ ਕੀਰਤਨੀ ਜਥੇ ਵਾਲੇ ਵੀ ਤੁਹਾਡੇ ਸਨ ਤੇ ਟਕਸਾਲੀਏ ਵੀ ਤੁਹਾਡੇ ਸਨ। ਖਾੜਕੂ ਸਿੰਘ ਜਿਹੜੇ ਕੁਰਬਾਨੀਆਂ ਕਰਨ ਵਾਲੇ ਸਨ, ਉਹ ਇਸ ਲਈ ਸੋਚ ਕੇ ਨਹੀਂ ਸਨ ਕਰ ਰਹੇ ਕਿ ਬੱਚੀਆਂ ਕਿੰਦੀਆਂ ਨੇ। ਮੈਂ ਉਹ ਵੀ ਤੁਹਾਨੂੰ ਲਿਸਟ ਦੇ ਸਕਣਾ ਕਿ ਜਿਹੜੀਆਂ ਬੱਚੀਆਂ ਬੱਬਰਾਂ ਦੀਆਂ ਨਹੀਂ ਸਨ ਤੇ ਉਹਨਾਂ ਲਈ ਵਕੀਲ ਕਰਕੇ ਬੀਬੀ ਦਲਜੀਤ ਕੌਰ ਦਿੱਲੀ ਬੈਠੀ ਹੈ, ਪੁੱਛੋ ਉਹ ਕਿਸ ਨਾਲ ਸੰਬੰਧਿਤ ਸੀ, ਪਰ ਉਹਨੂੰ ਛੁਡਾਉਣ ਵਾਸਤੇ ਵਕੀਲ ਕੀਤਾ। ਚਲੋ ਖੈਰ ਮੈਂ ਅੱਜ ਆਪਣੀਆਂ ਕਹਾਣੀਆਂ ਨਹੀਂ ਛੇੜਨਾ ਚਾਹੁੰਦਾ, ਮੈਂ ਕਰਨਾ ਚਾਹੁੰਦਾ ਕਿ ਸਾਡੇ ਵਿੱਚੋਂ ਆ ਛੋਟੀ ਬਿਰਤੀ ਇਹ ਨਹੀਂ ਨਿਕਲ ਰਹੀ। ਇਹ ਧਰਮ ਦੀ ਬਿਰਤੀ ਨਹੀਂ ਜੀ, ਨਿਜ ਦੀ। ਸਾਨੂੰ ਅੰਦਰ ਦਾ ਘਰ ਪਹਿਲਾਂ ਉਸਾਰਨਾ ਪਏਗਾ। ਉਹ ਮੈਂ ਜਿਹੜਾ ਐਗਜ਼ਾਮਪਲ ਦਿੱਤੀ ਸੀ ਕਿ ਬੱਚੀਆਂ ਕਿਸੇ ਦੀਆਂ ਵੀ ਛੁਡਾ ਕੇ ਉਹਨਾਂ ਦੇ ਘਰ ਪਹੁੰਚਾਉਣ ਵਾਲੇ ਉਹ ਲੋਕ ਸਨ ਜਿਨ੍ਹਾਂ ਨੂੰ ਅਸੀਸਾਂ ਮਿਲਦੀਆਂ ਸਨ ਤੇ ਉਹ ਆਪਣਾ ਬਾਹਰਲਾ ਘਰ ਵੀ ਉਸਾਰ ਸਕੇ। ਜਿੰਨੀ ਦੇਰ ਅਸੀਂ ਅੰਦਰ ਧਰਮ ਦਾ ਗੱਡ ਥੰਮ ਹਾਲੇ ਨਹੀਂ ਪੈਦਾ ਕਰਾਂਗੇ, ਜਿੰਨੀ ਦੇਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ ਬੰਧਾਨੀ ਨਹੀਂ ਬਣਾ ਕੇ ਤੁਰਾਂਗੇ, ਉਨੀ ਦੇਰ ਅਸੀਂ ਬਾਹਰ ਦੇ ਘਰ ਦੇ ਕਿਆਫੇ ਲਗਾਈ ਬੈਠੇ ਹਾਂ। ਬੜੀਆਂ ਕੁਰਬਾਨੀਆਂ ਹੋ ਗਈਆਂ, ਸਭ ਕੁਝ ਹੋਇਆ, ਪਰ ਜੇ ਅਜੇ ਤੱਕ ਵੀ ਸਾਡਾ ਉਹ ਆਪਣੇ ਘਰ ਦਾ ਇੱਕ ਸੁਪਨਾ ਖੁਆਬ
ਖੁਆਬ ਬਣਿਆ ਹੋਇਆ, ਤੇ ਉਹਦਾ ਕਾਰਨ ਕਿਉਂਕਿ ਅਸੀਂ ਆਪਣੀ ਕਮਜ਼ੋਰੀ ਨਹੀਂ ਲੱਭ ਰਹੇ। ਆਪਣੀ ਕਮਜ਼ੋਰੀ ਸਾਡੀ ਇਹ ਹੈ ਕਿ ਜੋ ਸਾਡੇ ਅੰਦਰ ਧਰਮ ਦਾ ਡੂੰਘਾ ਹੱਲ ਥੰਮ ਗੁਰੂ ਨੇ ਖੜਾ ਕੀਤਾ ਸੀ, ਗੁਰੂ ਬੰਧਾਨੀ ਨੇ, ਉਹ ਅਸੀਂ ਨਹੀਂ ਸੋਚ ਰਹੇ ਕਿ ਸਾਡੇ ਕੋਲ ਹੈ ਕਿ ਨਹੀਂ। ਅਸੀਂ ਅਖੀਰ ਨੂੰ ਇੱਥੇ ਆ ਪਹੁੰਚੇ ਹਾਂ। ਮੈਂ ਅਗਲੀ ਗੱਲ ਛੇੜਾਂ ਕਿ ਕਈ ਲੋਕ ਕਹਿੰਦੇ ਨੇ ਕਿ ਚਲੋ ਕੁਝ ਲੋਕ ਕਿਰਾਏ ਤੇ ਵੀ ਤਾਂ ਰਹਿੰਦੇ ਨੇ, ਜਿਹੜੇ ਅੱਜ ਵੀ ਉਸ ਥਾਂ ਤੇ ਟਿਕੇ ਹੋਏ ਨੇ ਨਾ, ਵੀ ਚਲੋ ਠੀਕ ਹੈ, ਅਸੀਂ ਠੀਕ ਬੈਠੇ ਹਾਂ ਜੀ। ਤਾਂ ਮੈਂ ਪਿਛਲੇ ਦਿਨਾਂ ਵਿੱਚ ਕਿਸੇ ਆਦਮੀ ਨੂੰ, ਕਿਸੇ ਸੱਜਣ ਨੂੰ ਉਹ ਲਾਂਭੇ ਦਿੰਦਾ ਸੁਣਿਆ ਵੀ ਜਿਹੜੇ ਆਪਣੇ ਘਰ ਦੀ ਗੱਲ ਕਰਦੇ ਨੇ ਜੀ, ਉਹ ਤਾਂ ਸਾਨੂੰ ਸੁਖੀ ਵਸਦਿਆਂ ਦੇਖ ਨਹੀਂ ਸਕਦੇ। ਕਿਰਾਏ ਵਿੱਚ ਰਹਿ ਕੇ ਵੀ ਉਹ ਖੁਸ਼ ਨੇ। ਘਰ ਇੱਕ ਸੋਚਿਓ, ਮੈਂ ਗੱਲ ਅੱਗੇ ਤੋਰਨਾ ਚਾਹਨਾ ਕਿ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਨੇ, ਉਹਨਾਂ ਦੀ ਮਜਬੂਰੀ ਜਾਂ ਕਮਜ਼ੋਰੀ ਹੈ। ਕਦੀ ਕੋਈ ਦੁਨੀਆ ਅੰਦਰ ਕਿਰਾਏ ਤੇ ਨਹੀਂ ਰਹਿਣਾ ਚਾਹੁੰਦਾ। ਹਰ ਕੋਈ ਆਪਣਾ ਘਰ ਬਣਾਉਣਾ ਚਾਹੁੰਦਾ। ਉਹ ਕਿਰਾਏ ਤੇ ਬੈਠੇ ਨੇ ਤਾਂ ਉਹਨਾਂ ਦੀ ਮਜਬੂਰੀ ਹੈ। ਅੱਜ ਘਰ ਬਣਾਉਣ ਦੇ ਕੁਝ ਨਿਯਮ ਵੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਨਾ, ਜਿਹੜੇ ਅੰਦਰ ਦੇ ਘਰ ਤੇ ਬਾਹਰ ਦੇ ਘਰ ਦੇ ਬੜੇ ਆਪਸ ਵਿੱਚ ਤਾਮੀਰ ਕਰਨ ਦੇ ਸਾਂਝੇ ਨੇ। ਉਹ ਕੀ ਹੈ, ਸੋਚਿਓ ਜ਼ਰਾ। ਘਰ ਬਣਾਉਣ ਲਈ ਬਹੁਤ ਸਾਰਾ ਮਟੀਰੀਅਲ ਪਹਿਲਾਂ ਇਕੱਠੇ ਕਰਨਾ ਪੈਂਦਾ ਹੈ। ਇੱਟਾਂ ਇਕੱਠੀਆਂ ਕਰਨੀਆਂ ਪੈਂਦੀਆਂ ਨੇ। 1 2 4 ਇੱਟਾਂ ਨਾਲ ਘਰ ਨਹੀਂ ਬਣਦਾ। ਉਹ ਤਾਂ ਬੱਚਿਆਂ ਦੀ ਖੇਡ ਬਣ ਸਕਦੀ ਹੈ। ਬੱਚੇ ਵੀ 2 ਇੱਟਾਂ ਇੱਧਰ ਉੱਧਰ ਜੋੜ ਕੇ ਇੱਕ ਇੱਟ ਉੱਪਰ ਰੱਖਦੇ ਨੇ ਤੇ ਕਹਿੰਦੇ ਨੇ ਸਾਡਾ ਘਰ ਬਣ ਗਿਆ। 2 4 ਇੱਟਾਂ ਨਾਲ ਤਾਂ ਇਹੋ ਜਿਹਾ ਘਰ ਬਣਦਾ ਹੈ ਜਿਹੜਾ ਬੱਚਿਆਂ ਦੀ ਖੇਡ ਬਣਦੀ ਹੈ। 1 2 4 ਇੱਟਾਂ ਨਾਲ ਘਰ ਨਹੀਂ ਬਣਦਾ। ਬੱਚਿਆਂ ਵਾਲੇ ਨਾ ਸੋਚੋ, ਅੱਗੇ ਖਿਆਲ ਕਰਿਓ। ਦੇ ਘਰ ਲਈ ਮਟੀਰੀਅਲ ਸਤਿਗੁਰੂ ਨੇ ਬਾਣੀ ਵਿੱਚ ਆਖਿਆ। ਕਹਿੰਦੇ ਨੇ ਸੱਚ ਕਰਨੀ ਸੱਚ ਤਾਂ ਕੀ ਰਹਿਤ, ਇਹ ਅੰਦਰ ਦੇ ਘਰ ਮਟੀਰੀਅਲ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਸਾਰ। ਇਹ ਸਾਰਾ ਕੁਝ ਦੇ ਕੇ ਫਿਰ ਕਹਿੰਦੇ ਨੇ ਕਿ ਜਿਹੜੀ ਚੀਜ਼ ਖਰੀਦਣੀ ਹੋਵੇ ਉਸੇ ਦੁਕਾਨ ਤੇ ਜਾਣਾ ਪੈਂਦਾ ਨਾ। ਇਸ ਲਈ ਜਿੰਨੀ ਦੇਰ ਤੂੰ ਸੱਚੇ ਪ੍ਰਮਾਤਮਾ ਦੇ, ਸੱਚੇ ਅਕਾਲ ਪੁਰਖ ਦੇ, ਕਾਲ ਪੁਰਖ ਦੇ ਨਹੀਂ, ਅਕਾਲ ਪੁਰਖ ਦੇ ਦਰ ਤੇ ਨਹੀਂ ਪੁੱਜਦਾ, ਉਨੀ ਦੇਰ ਤੇ ਸੱਚ ਕਰਨੀ ਸੱਚ ਤਾਂ ਕੀ ਰਹਿਤ ਨਹੀਂ ਮਿਲਦੀ। ਇਸੇ ਲਈ ਕਹਿਣ ਲੱਗੇ ਇਸ ਮਟੀਰੀਅਲ ਲਈ ਜਾ ਕਿੱਥੇ? ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਘਰ ਲਈ ਬਹੁਤ ਸਾਰਾ ਮਟੀਰੀਅਲ, ਇੱਟਾਂ, ਸੀਮਿੰਟ। ਬੜੀ ਅਜੀਬ ਗੱਲ ਇੱਕ ਮੇਰੇ ਸਾਹਮਣੇ ਆਈ ਕਿ ਰੇਤ ਵੀ ਇਕੱਠੀ ਕਰਨੀ ਪੈਂਦੀ। ਰੇਤ ਤਾਂ ਜੁੜਦੀ ਨਹੀਂ, ਰੇਤ ਜੁੜਦੀ ਨਹੀਂ ਜੀ, ਬਿਲਕੁਲ। ਪਰ ਬਣਾਉਣ ਵਾਲਾ ਸੋਚਦਾ ਹੈ ਮੈਂ ਸਟਰੋਂਗ ਤੇ ਚੰਗਾ ਮਜ਼ਬੂਤ ਸੀਮੈਂਟ ਲਵਾਂਗਾ ਜਿਹੜਾ ਇਸ ਵਿਖਰ ਚੁੱਕੀ ਰੇਤ ਨੂੰ ਵੀ ਜੋੜ ਲਏਗਾ। ਵਾਹ। ਹਰ ਚੀਜ਼ ਸਾਡੇ ਸਾਹਮਣੇ ਉਦਾਹਰਨ ਹੈ। ਘਰ ਬਣਾਉਣ ਵਾਲੇ ਸਿਆਣੇ ਰਾਜ ਮਿਸਤਰੀ ਨੂੰ ਧਿਆਨ ਦਿਓ ਜੇ ਇੱਟਾਂ ਦੇ ਹਰ ਰਦੇ ਵਿੱਚ ਇੱਟ ਤੇ ਇੱਟ ਨਹੀਂ ਰੱਖਦਾ, ਬਲਕਿ ਹਰ ਨਵੇਂ ਰਦੇ ਸਮੇਂ ਇੱਟਾਂ ਦੀ ਤਰਤੀਬ ਇਉਂ ਦਿੰਦਾ ਕਿ ਇੱਟ ਵਿੱਚ ਫਸ ਜਾਏ, ਵੱਖਰੀ ਨਾ ਹੋ ਸਕੇ। ਤੇ ਮੈਂ ਗੱਲ ਕਰਾਂ ਅੰਦਰ ਦੇ ਘਰ ਵਾਸਤੇ ਇਹ ਸਾਧ ਸੰਗਤ ਹੈ। ਵਾਹ 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 ਵਾਹ, ਕਮਾਲ। ਸਾਧ ਸੰਗਤ ਕੀ ਹੈ? ਇੱਟ ਨਾਲ ਇੱਟ ਜੁੜ ਕੇ ਅੰਦਰੂਨੀ ਤੌਰ ਤੇ ਮਿਲ ਬੈਠਣ ਦੀ ਸ਼ਕਤੀ ਇਹ ਗੁਰੂ ਬਣਾਉਂਦੇ। ਇੱਕ ਹੋਰ ਖਿਆਲ ਕਰਿਓ, ਇਸ ਇੱਟਾਂ ਦੇ ਜੁੜਨ ਦੀ ਏਕਤਾ ਵਿੱਚ ਕਈ ਵਾਰੀ ਕੁਝ ਵਿਚਾਰਕ ਮਤਭੇਦ ਵੀ ਆ ਜਾਂਦੇ ਨੇ। ਉਸ ਵਕਤ ਕਈ ਇੱਟਾਂ ਨੂੰ ਗੁਰੂ ਬੰਧਾਨੀ ਰਾਜ ਮਿਸਤਰੀ ਦੀ ਸੋਚ ਅਨੁਸਾਰ ਇਹ ਫੈਸਲਾ ਬੰਧਾਨੀ ਕਰਦਾ ਹੈ ਕਿ ਇੱਟ ਨੂੰ ਜੁੜਨ ਵਿੱਚ ਕੀ ਪਰੇਸ਼ਾਨੀ ਆ ਰਹੀ ਹੈ ਤੇ ਕਿਤਨਾ ਇੱਟ ਨੂੰ ਟੁੱਟਣਾ ਪਵੇਗਾ, ਉਹਨਾਂ ਕੁ ਤੋੜ ਕੇ ਰੋੜਾ ਬਣਾ ਦਿੰਦਾ ਤੇ ਇੱਟ ਵੀ ਆਪਣੀ ਕੁਰਬਾਨੀ ਦੇ ਦਿੰਦੀ। ਕਦੀ
ਕੋਈ ਨਹੀਂ, ਜਿੰਨ ਤੋੜ ਲੈ ਤੂੰ ਮੈਨੂੰ ਜੋੜ ਤਾਂ ਦੇਂਗਾ ਨਾ। ਵਾਹ 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 ਵਾਹ, ਵਾਹ ਕਮਾਲ। ਮੈਂ ਤੁਹਾਡੇ ਸਾਹਮਣੇ ਅੰਦਰੂਨੀ ਘਰ ਤੇ ਬਾਹਰਲੇ ਘਰ ਦੀ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਗੁਰੂ ਬੰਧਾਨੀ ਜਿਹੜਾ ਹੈ ਉਹ ਵੀ ਅੰਦਰ ਦੇ ਜਿਹੜੇ ਵਿਚਾਰ ਤੇਰੇ ਕਿਸੇ ਨਾਲ ਨਾ ਮਿਲਦੇ ਹੋਣ, ਕਹਿੰਦਾ ਇਹ ਕੁਰਬਾਨ ਕਰ, ਐਨੀ ਕੁ ਤੋੜ ਲੈ ਵਿਚਾਰ, ਭਲਾ ਤੂੰ ਇੱਟ ਨਾਲ ਇੱਟ ਜੁੜ ਕੇ ਸਾਧ ਸੰਗਤ ਬਣ ਸਕੇ। ਇਹ ਗੁਰੂ ਬੰਧਾਨੀ ਹੈ। ਮੈਂ ਹੈਰਾਨ ਹੁੰਨਾ ਜਦੋਂ ਮੈਂ ਸਤਿਗੁਰੂ ਦੀ ਬਖਸ਼ਿਸ਼ ਸਦਕਾ ਇੱਕ ਗੱਲ ਦੇਖਣਾ ਕਿ ਹੁਣ ਜਿਹੜੇ ਵੀਰ ਆਏ ਦਿਨ ਕਿਸੇ ਨਾ ਕਿਸੇ ਨਾਅਰੇ ਰਾਹੀਂ ਆਪਣੇ ਘਰ ਦੀ ਲੋੜ, ਆਪਣੇ ਘਰ ਦਾ ਚਾਅ ਪ੍ਰਗਟ ਕਰਦੇ ਹਨ, ਉਹਨਾਂ ਕੌਮੀ ਸੁਹਿਰਦ ਵੀਰਾਂ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ। ਭਲਿਓ, ਸੱਚਮੁੱਚ ਜੇ ਤੁਸੀਂ ਜੀਵਨ ਦੇ ਆਪਣੇ ਘਰ ਲਈ ਸੁਹਿਰਦ ਹੋ ਤਾਂ ਗੁਰਬਾਣੀ ਅਨੁਸਾਰ ਦੇਖੋ ਪਸਾਰ ਨੈਣ, ਆਪਣੇ ਵਿਹੜੇ ਵਿੱਚ ਨਿਗਾਹ ਮਾਰੋ। ਸਾਡੇ ਕੋਲ ਇਹ ਮਟੀਰੀਅਲ ਤਿਆਰ ਹੈ ਜੋ ਧਰਮ ਦਾ, ਜੋ ਅੰਦਰ ਦੇ ਘਰ ਦਾ ਪਿੱਛੇ ਜ਼ਿਕਰ ਆ ਚੁੱਕਿਆ। ਉਹ ਜਿਹਾ ਸੀਮੈਂਟ ਜਿਹੜਾ ਰੇਤ ਨੂੰ ਵੀ ਜੋੜ ਸਕੇ, ਇੱਟਾਂ ਦਾ ਬੜਾ ਵੱਡਾ ਅੰਬਾਰ ਗਿਣਤੀ ਸਾਰਿਆਂ ਨੂੰ ਇਕੱਠਾ ਕਰ ਸਕੇ, ਫਿਰ ਉਹਨਾਂ ਵਿੱਚ ਇੱਕ ਸ਼ਕਤੀ ਪੈਦਾ ਕਰ ਸਕੇ ਕਿ ਉਹ ਆਪਣੀ ਕੁਰਬਾਨੀ ਉਸ ਇੱਟ ਵਾਂਗੂ ਦੇਣ ਜਿਹੜੀ ਟੁੱਟ ਕੇ ਰੋੜਾ ਬਣ ਕੇ ਵੀ ਵਿੱਚ ਜੁੜ ਜਾਂਦੀ ਹੈ। ਇਹ ਸਾਰੀਆਂ ਧਰਮ ਦੀ ਕਿਰਿਆ ਨੇ, ਤੈਨੂੰ ਸਮਝਣੀਆਂ ਪੈਣਗੀਆਂ। ਹੁਣ ਦੇਖਣਾ ਇਹ ਹੈ ਕਿ ਸਾਡੇ ਕੋਲ ਨਿਗਾਹ ਮਾਰੋ, ਸਾਡੇ ਕੋਲ ਇਹ ਮਟੀਰੀਅਲ ਤਿਆਰ ਹੈ, ਜੇ ਨਹੀਂ ਤਾਂ ਪਹਿਲਾਂ ਇਹ ਸਮਾਨ ਇਕੱਠਾ ਕਰਨ ਦਾ ਹੀਲਾ ਕਰੋ। ਅੱਜ ਕੌਮ ਬੱਚਿਆਂ ਦੀ ਖੇਡ ਵਾਂਗੂ 4-4, 3-3 ਇੱਟਾਂ ਲੈ ਕੇ ਆਪਣੇ ਟਕਸਾਲਾਂ ਤੇ ਜੱਥਿਆਂ ਦੇ ਵਿੱਚ ਵੰਡੀ ਪਈ ਹੈ। ਉਹ ਬੱਚਿਆਂ ਦੀ ਖੇਡ ਵਾਂਗੂ ਆਪਣਾ ਘਰ ਬਣਾਉਣਾ ਚਾਹੁੰਦੀ ਹੈ। ਸਾਡੀ ਅਗਿਆਨਤਾ ਸਾਡੇ ਭਵਿੱਖ ਲਈ ਅੰਧੇਰਾ ਬਣ ਚੁੱਕੀ ਹੈ। ਸਿੱਖ ਦਾ ਨਿਤਨੇਮ ਕੀ ਹੈ, ਅੰਮ੍ਰਿਤ ਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੌਣ ਕਰ ਸਕਦਾ ਹੈ, ਕੌਣ ਵਿਚਾਰ ਸਕਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸ ਥਾਵੇਂ, ਕਿਸ ਦੇ ਘਰ ਹੋ ਸਕਦਾ ਹੈ। ਕੋਈ ਆਪਣੀ ਖੁਸ਼ੀ ਨਾਲ ਗੁਰਬਾਣੀ ਨਹੀਂ ਪੜ੍ਹ ਸਕਦਾ। ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਪਰ ਕੋਈ ਮਨ ਦੀ ਭਾਵਨਾ ਅਨੁਸਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਨਾਲ ਅੰਮ੍ਰਿਤ ਨਹੀਂ ਛਕ ਸਕਦਾ। ਕੀ ਸਭ ਗੁਲਾਮੀ ਨਹੀਂ? ਸਾਡੇ ਅੰਦਰ ਦੇ ਘਰ ਦੀ ਗੁਲਾਮੀ ਤਾਂ ਸਾਨੂੰ ਬਾਹਰਲੇ ਘਰ ਦੀ ਗੁਲਾਮੀ ਲਈ ਮਜਬੂਰ ਕਰ ਰਹੀ ਹੈ। ਕੀ ਇਹ ਸਾਡੀ ਗੁਲਾਮੀ ਨਹੀਂ? ਅੰਦਰ ਦੇ ਘਰ ਨੂੰ ਜੇਲ੍ਹ ਨਹੀਂ ਅਸੀਂ ਬਣਾ ਦਿੱਤਾ ਕਿ ਸਾਡੀ ਮਰਜ਼ੀ ਬਿਨਾਂ ਕੋਈ ਅੰਮ੍ਰਿਤ ਵੀ ਨਹੀਂ ਛਕ ਸਕਦਾ, ਕੋਈ ਨਿਤਨੇਮ ਵੀ ਨਹੀਂ ਕਰ ਸਕਦਾ। ਇਹ ਅੰਦਰ ਦਾ ਘਰ ਜਿਹੜਾ ਹੈ, ਇਹ ਸਾਡੇ ਧਰਮ ਦਾ ਘਰ ਸੀ, ਉਹਨੂੰ ਅਸੀਂ ਜੇਲ੍ਹ ਬਣਾ ਕੇ ਰੱਖ ਲਿਆ। ਤੇ ਅਸੀਂ ਬਾਹਰ ਕਿਵੇਂ ਕਹਾਂਗੇ ਸਾਡੀ ਜੇਲ੍ਹ ਨਾ ਹੋਵੇ, ਅਸੀਂ ਘਰ ਪਹੁੰਚੀਏ। ਗੁਰੂ ਬਚਨ ਕਰਦੇ ਨੇ, ਕਹਿੰਦੇ ਨੇ ਜਿੱਥੇ ਜਾਏ ਬਾਏ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ ਸਿੰਘੋ। ਸੋਚੋ, ਗੁਰੂ ਨੇ ਤਾਂ ਭੂਮੀਏ ਚੋਰ ਸੱਜਣ ਠੱਗ ਦੇ ਘਰ ਵੀ ਸੁਹਾਵਣੇ ਬਣਾ ਦਿੱਤੇ। ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਕਹਿੰਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਘਰ ਨਹੀਂ ਕਰ ਸਕਦਾ ਸਾਡੀ ਮਰਜ਼ੀ ਬਿਨਾਂ। ਗੁਰੂ ਬੰਧਾਨੀ ਦੀ ਆਦਤ ਵੇਖੋ, ਜਿੰਨੀ ਦੇਰ ਉਹ ਅੰਦਰ ਦਾ ਘਰ ਜਿਹੜਾ ਗੁਰੂ ਬੰਧਾਨੀ ਨੇ ਬਣਾਇਆ ਹੈ, ਜਿੰਨੀ ਦੇਰ ਅਸੀਂ ਉਹ ਨਹੀਂ ਬਣਾਵਾਂਗੇ, ਉਨੀ ਦੇਰ ਅਸੀਂ ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਇਹੋ ਜਿਹੇ ਸੰਸਾਰ ਦੇ ਲੋਕ ਜਿਹੜੇ ਰੇਤ ਵਾਂਗੂ ਬਿਖਰੇ ਹੋ ਚੁੱਕੇ ਨੇ, ਅੱਜ ਵੀ ਬਿਖਰੇ ਹੋਏ ਨੇ, ਅਸੀਂ ਉਹਨਾਂ ਨੂੰ ਜੋੜ ਹੀ ਨਹੀਂ ਸਕਾਂਗੇ। ਤੇ ਜਿੰਨੀ ਦੇਰ ਜੋੜ ਨਹੀਂ ਸਕਾਂਗੇ, ਕੁਰਬਾਨੀ ਵਾਲੀਆਂ ਇੱਟਾਂ ਨਹੀਂ ਪੈਦਾ, ਰੋੜੇ ਨਹੀਂ ਪੈਦਾ ਕਰਾਂਗੇ, ਉਨੀ ਦੇਰ ਅਸੀਂ ਆਪਣੇ ਘਰ ਦੀ ਆਸ ਮਨ ਨੂੰ ਖੁਆਬ ਵਾਂਗ ਰੱਖੀਏ। ਇਸ ਲਈ ਸਿੰਘੋ, ਇੱਕ ਗੱਲ ਫਿਰ ਅਖੀਰ ਤੇ ਕਹਿ ਦਿਆਂ ਕਿ ਗੁਰਬਾਣੀ ਨਾਲੋਂ ਟੁੱਟ ਕੇ ਸਿੱਖ ਸੰਸਾਰ ਨਰਕ ਬਣ ਜਾਵੇ, ਲੋਕ ਇਹੋ ਚਾਹੁੰਦੇ ਨੇ। ਲੋਕ ਆਪੇ ਛੱਡ ਕੇ ਸਿੱਖੀ ਭੱਜ ਜਾਣ। ਬਸ ਗੁਰੂ ਤੋਂ ਵਿਛੜ ਕੇ ਸਾਡੀ ਅਗਿਆਨਤਾ ਸਿੱਖੀ ਦੇ ਰਾਹਾਂ ਦਾ ਅੰਧੇਰਾ ਬਣ ਚੁੱਕੀ ਹੈ। ਉਹ ਕਿਵੇਂ ਅਗਲੇ ਹਫ਼ਤੇ, ਹੁਣ ਆਪਾਂ ਅਗਲੇ ਹਫ਼ਤੇ ਵਿਚਾਰਨਾ ਹੈ ਕਿ ਅਸੀਂ ਉਸ ਅੰਦਰਲੇ
ਘਰ ਨੂੰ ਕਿਵੇਂ ਉਸਾਰਨਾ ਹੈ, ਤੇ ਮੁੜ ਕੇ ਉਸੇ ਹੀ ਤਰਤੀਬ ਨਾਲ ਉਸੇ ਹੀ ਤਰ੍ਹਾਂ ਨੀਹਾਂ ਤੇ ਬੁਨਿਆਦਾਂ ਰੱਖ ਕੇ ਉਸੇ ਤਰ੍ਹਾਂ ਦੀਵਾਰਾਂ ਤੇ ਛੱਤ ਬਣਾ ਕੇ ਅਸੀਂ ਬਾਹਰਲਾ ਘਰ ਵੀ ਕਿਵੇਂ ਉਸਾਰਨਾ ਹੈ। ਜਿੰਨੀ ਦੇਰ ਬਾਹਰਲਾ ਘਰ ਤੁਸੀਂ ਲੋਕਾਂ ਦੇ ਸਾਹਮਣੇ ਸਪਸ਼ਟ ਨਹੀਂ ਕਰੋਗੇ ਕਿ ਅੰਦਰ ਦਾ ਘਰ ਇਹੋ ਜਿਹਾ ਹੋਵੇਗਾ, ਅੰਦਰ ਦਾ ਘਰ ਜੇ ਇਹੋ ਜਿਹਾ ਅਸੀਂ ਬਾਹਰ ਦਾ ਘਰ ਉਸਾਰਾਂਗੇ, ਇਉਂ ਅਸੀਂ ਸਾਰਿਆਂ ਨੂੰ ਜੋੜ ਕੇ ਇੱਟਾਂ ਵਾਂਗੂ ਰੱਖਾਂਗੇ, ਇਉਂ ਸਾਡੀਆਂ ਕੁਰਬਾਨੀਆਂ ਜਿਹੜੀਆਂ ਨੇ ਉਹਦੀ ਰਿਟਰਨ ਹੋਵੇਗੀ। ਓਨੀ ਦੇਰ ਤਾਂ ਅਸੀਂ ਬਾਹਰਲੇ ਘਰ ਦੇ ਵੀ ਖੁਆਬ ਲੈ ਰਹੇ ਹਾਂ। ਇੱਕ ਕੌੜੀ ਸੱਚਾਈ ਹੈ, ਭਾਵੇਂ ਨਾ ਮੰਨੋ। ਇਸ ਲਈ ਤੁਹਾਨੂੰ ਜ਼ਰੂਰੀ ਹੋਏਗਾ ਕਿ ਤੁਸੀਂ ਅੰਦਰ ਦਾ ਘਰ ਪਹਿਲਾਂ ਲੋਕਾਂ ਦੇ ਸਾਹਮਣੇ ਰੱਖੋ, ਅੰਦਰ ਦਾ ਘਰ ਬਣਾ ਕੇ ਰੱਖੋ। ਤੇ ਸਾਡਾ ਧਰਮ ਆ ਹੈ, ਅਸੀਂ ਲੋਕਾਂ ਨਾਲ ਪਿਆਰ ਇਉਂ ਕਰਾਂਗੇ। ਅਸੀਂ ਰੇਤ ਨੂੰ ਵੀ ਕਿਵੇਂ ਜੋੜ ਕੇ ਸੀਮਿੰਟ ਵਾਂਗੂ ਇਕੱਠੀ ਕਰ ਲਵਾਂਗੇ, ਅਸੀਂ ਰੋੜਿਆਂ ਨੂੰ ਵੀ ਵਿੱਚ ਫਸਾ ਕੇ ਕਿਵੇਂ ਕੁਰਬਾਨੀਆਂ ਨੂੰ ਦਾ ਲਾਭ ਲਵਾਂਗੇ। ਇਹ ਸਾਰੀਆਂ ਚੀਜ਼ਾਂ ਇੱਕ ਧਰਮ ਦਾ ਹਿੱਸਾ ਨੇ ਜਿਹੜੀਆਂ ਸਾਨੂੰ ਕੌਮ ਦੇ ਸਾਹਮਣੇ ਰੱਖਣੀਆਂ ਪੈਣਗੀਆਂ। ਧਰਮ ਅੰਦਰ ਹੁੰਦਾ ਹੈ, ਇਹਨੂੰ ਅਸੀਂ ਬਾਹਰ ਜੜ ਵਿੱਚੋਂ ਪੈਦਾ ਹੋਏ ਦਰਖਤ, ਬੁਨਿਆਦਾਂ ਵਿੱਚੋਂ ਪੈਦਾ ਹੋਏ ਮਹੱਲ ਵਾਂਗੂ, ਘਰ ਵਾਂਗੂ ਅਸੀਂ ਲੋਕਾਂ ਦੇ ਸਾਹਮਣੇ ਪ੍ਰਗਟ ਕਰੀਏ। ਆਪਾਂ ਅਗਲੀ ਵਾਰ ਫਿਰ ਵਿਚਾਰਾਂਗੇ ਇਸੇ ਮਸਲੇ ਨੂੰ ਅੱਗੇ ਲਿਜਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ। ਜੋ ਤੁਸੀਂ ਅੱਜ ਸੁਣਿਆ ਹੈ, ਜੋ ਸਿੰਘ ਸਾਹਿਬ ਨੇ ਨਿੱਜ ਤੋਂ ਸ਼ੁਰੂ ਕਰਕੇ, ਨਿੱਜ ਘਰ ਤੋਂ ਸ਼ੁਰੂ ਕੀਤਾ ਹੈ ਤੇ ਸਾਨੂੰ ਝੰਜੋੜਿਆ ਹੈ। ਜੇ ਤੁਹਾਡੀ ਚੀਸ ਨਹੀਂ ਨਿਕਲੀ ਤੇ ਸਮਝ ਲਓ ਤੁਹਾਡੇ ਸਰੀਰ 'ਚ ਰੂਹ ਹੈ ਨਹੀਂ। ਸਮਝ ਲਓ ਕੇਵਲ ਇੱਕ 5 ਤੱਤਾਂ ਦਾ ਮਟੀਰੀਅਲ ਹੈ, ਜਿਹਦੇ 'ਚ ਉਹ ਪਰਮ ਤੱਤ ਹੈ ਨਹੀਂ ਜਿਹੜਾ ਇਹਨਾਂ ਤੱਤਾਂ ਨੂੰ ਝੰਜੋੜ ਦੇਵੇ, ਸੋਚਣ ਤੇ ਮਜਬੂਰ ਕਰ ਦੇ। ਕਹੋ ਨਾਨਕ ਨਿਹਚਲ ਘਰ ਬੰਧਿਓ, ਗੁਰ ਕੀਨੋ ਬਧਾਨੀ। ਸਾਡਾ ਬੰਦਾਨੀ ਗੁਰੂ ਉਹ ਰਾਜ ਮਿਸਤਰੀ ਜਿਹਨੇ ਨਿਹਚਲ, ਜਿਹੜਾ ਘਰ ਕਦੇ ਵੀ ਚੱਲ ਨਹੀਂ ਸੀ ਸਕਦਾ, ਨਿਹਚਲ ਸੀ, ਅਚਲ ਸੀ, ਪਰ ਕਿਉਂ ਚਲਾ ਗਿਆ। ਅਸੀਂ ਬਾਹਰੀ ਤੌਰ ਤੇ ਬੜੀਆਂ ਐਫਰਟ ਕਰਕੇ ਘਰ ਬੰਨ ਲਿਆ, ਪਰ ਅਸੀਂ ਬੰਦਾਨੀ ਕੱਢ ਦਿੱਤਾ ਵਿੱਚੋਂ। 1799 'ਚ ਅਸੀਂ ਇੱਕ ਘਰ ਬੰਨਿਆ, ਅਸੀਂ ਬੰਦਾਨੀ ਨੂੰ ਐਬਸੈਂਟ ਕਰ ਦਿੱਤਾ। ਅਸੀਂ 39 ਸਾਲ ਤੇ 7-8 ਮਹੀਨੇ ਦੇ ਵਿੱਚ ਜਿਹੜਾ ਬਾਹਰਲੀਆਂ ਇੱਟਾਂ ਸਨ ਉਹ ਖਿਲਰ ਕੇ ਰੋੜਾ ਹੋ ਗਈਆਂ। ਤੇ ਉਹਨੂੰ ਰੋੜਾ ਕਰਨ ਵਿੱਚ ਬਹੁਤੇ ਜ਼ਿਆਦੇ ਬੰਦੇ ਨਹੀਂ ਸਨ ਜਿਨ੍ਹਾਂ ਨੇ ਉਹਨਾਂ ਇੱਟਾਂ ਨੂੰ ਰੋੜਾ ਕਰ ਦਿੱਤਾ। ਉਹ ਉਹੋ ਹੀ ਸਨ ਜਿਹੜੇ ਕਿਸੇ ਵੇਲੇ ਸਮੇਰ ਪਰਬਤਾਂ ਤੇ ਬੈਠੇ ਸਨ ਤੇ ਗੁਰੂ ਨੇ ਜਾ ਕੇ ਉਹਨਾਂ ਦੀ ਮੰਡਲੀ ਨੂੰ ਜਿੱਤ ਲਿਆ ਸੀ। ਜਿੱਤਣ ਦੀ ਸ਼ਕਤੀ ਸ਼ਬਦ ਸੀ। ਜਦੋਂ ਸ਼ਬਦ ਦੀ ਸ਼ਕਤੀ ਸਾਡੇ ਕੋਲੋਂ ਹੀਨ ਹੋ ਗਈ, ਨਿਕਲ ਗਈ, ਅਸੀਂ ਸ਼ਬਦਹੀਨ ਹੋ ਗਏ। ਉਹ ਸਿੱਧ ਮੰਡਲੀ ਵਾਲੇ ਸਿਰਫ ਉਹ 3-4 ਜਾਣੇ ਜਿਨ੍ਹਾਂ ਨੂੰ ਤੁਸੀਂ ਡੋਗਰੇ ਕਹਿ ਕੇ ਯਾਦ ਕਰਦੇ ਜੇ, ਤੁਹਾਡੇ ਰੂਪ ਚੰਦਰ ਆ ਗਏ। ਤੁਹਾਡੇ ਰੂਪ ਚੰਦਰ ਆਣ ਕੇ ਤੇ ਤੁਹਾਨੂੰ ਆਪਸ 'ਚ ਲੜਾ ਦਿੱਤਾ। ਕਿਉਂ ਲੜਾ ਦਿੱਤਾ? ਕਿੱਥੇ ਗਿਆ ਸਾਡਾ ਵਿਸਾਹ ਦਾਨ ਤੇ ਭਰੋਸਾ ਦਾਨ ਜਿਹੜਾ ਅਸੀਂ ਰੋਜ਼ ਮੰਗਦੇ ਹਾਂ? ਕਿਉਂ ਲੜਾ ਦਿੱਤਾ? ਕਿਉਂਕਿ ਮੇਰਾ ਤੁਹਾਡੇ ਤੇ ਭਰੋਸਾ ਨਹੀਂ ਸੀ, ਮੇਰਾ ਤੁਹਾਡੇ ਤੇ ਭਰੋਸਾ ਨਹੀਂ ਸੀ, ਤੁਸੀਂ ਮੇਰੇ ਤੇ ਵਿਸਾਹ ਨਹੀਂ ਕੀਤਾ। ਘਰ ਵਾਲੀ ਵੀ, ਜਿੰਦ ਕੌਰ ਵਰਗੀ ਵੀ ਆਪਣੇ ਪਤੀ ਤੇ ਵਿਸ਼ਵਾਸ ਨਾ ਕਰ ਪਾਈ। ਪੁੱਤਰ ਕਮਲ ਨੌ ਨਿਹਾਲ ਆਪਣੇ ਪਿਓ ਤੇ ਵਿਸ਼ਵਾਸ ਨਾ ਕਰ ਪਾਇਆ। ਫਿਰ ਗਾਂਹ ਜਾ ਕੇ ਕਿਵੇਂ ਭਰਾ ਨਾਲ ਭਰਾ ਲੜਦੇ ਨੇ। ਕੀ ਕੁਝ ਹੁੰਦਾ ਹੈ ਸਾਰਾ ਅਸੀਂ ਬਣਾਇਆ, ਪਰ ਸਾਡੇ ਕੋਲ 39 ਸਾਲ 40 ਸਾਲ ਵੀ ਪੂਰੇ ਨਹੀਂ ਸਾਂਭਿਆ ਗਿਆ। ਉਹਦੇ ਪਿੱਛੇ ਕਿਉਂਕਿ ਬੰਦਾਨੀ ਜਿਹੜਾ ਸੀ, ਜਿਹਨੇ ਘਰ ਨੂੰ ਨਿਹਚਲ ਕਰਨਾ ਸੀ, ਜਿਹਦੀ ਗਰੰਟੀ ਸੀ ਵੀ ਜੇ ਬੰਦਾਨੀ ਮੈਂ ਆ ਤੇ ਘਰ ਨਿਸ਼ਚਲ ਰਹੇਗਾ, ਉਹ ਅਸੀਂ ਵਿੱਚੋਂ ਕੱਢ ਦਿੱਤਾ।
ਅਸੀਂ ਜਿਹੜੇ ਸ਼ਬਦ ਨਾਲ ਜਿੱਤ ਕੇ ਘਰ ਆਪਣਾ ਝੰਡਾ ਲਹਿਰਾਇਆ ਸੀ, ਜਿਸ ਸ਼ਬਦ ਨਾਲ ਮੈਂ ਗੁਰਮਿਲ ਉੱਚ ਦਮਾਲੜ ਗੁਰੂ ਨਾਲ ਮਿਲ ਕੇ ਮੈਂ ਉੱਚਾ ਝੰਡਾ ਲਹਿਰਾਇਆ ਸੀ, ਮੇਰਾ ਦਮਾਲੜਾ ਉੱਚਾ ਹੋ ਗਿਆ ਸੀ, ਮੈਂ ਉਹ ਗੁਰੂ ਨੂੰ ਵਿੱਚੋਂ ਐਬਸੈਂਟ ਕਰ ਦਿੱਤਾ। ਮੈਂ ਪਿੱਛੇ ਜੇ ਵੀ ਇੱਕ ਖਾਸ ਪੇਸ਼ਕਸ਼ ਦੇ ਵਿੱਚ ਗੱਲ ਦਾ ਜ਼ਿਕਰ ਕੀਤਾ ਸੀ ਵੀ ਘਰ ਇੱਥੋਂ ਚੱਲਣਾ ਹੈ, ਨਿੱਜ ਤੋਂ ਚੱਲਣਾ ਹੈ। ਜੋ ਸਿੰਘ ਸਾਹਿਬ ਨੇ, ਪ੍ਰੋਫੈਸਰ ਦਰਸ਼ਨ ਸਿੰਘ ਨੇ ਬਿਆਨ ਤਾਏ, ਉਹਨਾਂ ਤੇ ਬਹੁਤ ਗਹਿਰਾਈ ਨਾਲ ਬਿਆਨ ਤਾਏ, ਬਹੁਤ ਡੂੰਘਾ ਉਹਨਾਂ ਨੇ ਹੱਥ ਪਾਇਆ ਹੈ ਸਾਡੇ, ਉਹਨਾਂ ਜੜ੍ਹਾਂ ਨੂੰ ਹੱਥ ਪਾਇਆ ਜਿੱਥੇ ਮਸਲਾ ਪਿਆ ਹੈ। ਘਰ ਇੱਥੋਂ ਚੱਲਣਾ ਹੈ। ਜੇ ਮੈਂ ਅੱਜ ਵੀ ਵਿਪਰ ਦੀ ਵਿਚਾਰਧਾਰਾ ਨੂੰ ਮੰਨ ਰਿਹਾ, ਅਜੋਕੇ ਬ੍ਰਹਮਨਿਜ਼ਮ ਨੂੰ ਜਿਹੜਾ ਸੰਗਠਿਤ ਰੂਪ ਦੇ ਵਿੱਚ RSS ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ, ਜੇ ਮੈਂ ਅੱਜ ਵੀ ਉਹਦੇ ਜੋ ਪ੍ਰੋਪੋਗੈਂਡਾ ਫੈਲਾ ਰਿਹਾ ਹੈ, ਜੇ ਮੈਂ ਅੱਜ ਵੀ ਉਹਨੂੰ ਮੰਨ ਰਿਹਾ ਹੈ, ਜਿਹਨੂੰ ਉਹ ਬਾਜਿੱਦ ਕਹਿੰਦਾ ਹੈ, ਬੜੀ ਜਿੱਦ ਤੇ ਹੈ ਵੀ ਗੁਰੂ ਗ੍ਰੰਥ ਦੇ ਬਰਾਬਰ ਨਵੀਂ ਅਥਾਰਟੀ ਖੜੀ ਹੋਏਗੀ, ਕਿਉਂਕਿ ਬੰਦਾਨੀ ਨੂੰ ਜਦੋਂ ਕੱਢਣਾ ਹੈ, ਇੱਕ ਠੇਕੇਦਾਰ ਘਰ 'ਚ ਕੰਮ ਕਰਦਾ ਹੈ, ਉਹਦੇ ਬਰਾਬਰ ਦੂਜਾ ਠੇਕੇਦਾਰ ਲਿਆ ਕੇ ਖੜਾ ਕਰ ਦਿਓ, ਫਿਰ ਪਹਿਲੇ ਠੇਕੇਦਾਰ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਓ, ਜਦੋਂ ਉਹ ਨਿਕਲ ਜਾਏਗਾ ਦੂਜਾ ਟੇਕ ਓਵਰ ਕਰ ਲਏਗਾ। ਗੁਰੂ ਨਾਨਕ ਦੇ ਸ਼ਬਦ, ਉਸ ਗੁਰੂ ਨਾਨਕ ਪ੍ਰਿੰਸੀਪਲ ਰੂਪ ਦੇ ਵਿੱਚ ਸਾਡਾ ਬੰਦਾਨੀ, ਉਹਨੂੰ ਕੱਢਣ ਵਾਸਤੇ RSS ਨੇ ਨਵਾਂ ਬੰਦਾਨੀ ਸਾਡੇ ਸਾਹਮਣੇ ਜਦੋਂ ਖੜਾ ਕਰ ਦਿੱਤਾ। ਜੇ ਅਸੀਂ ਉਹਦੇ ਆਦਰਸ਼ ਨੂੰ ਮੰਨਦੇ ਹਾਂ, ਉਸ ਮੈਥੋਲੋਜੀ ਨੂੰ ਮੰਨਦੇ ਹਾਂ ਜੋ ਉਹ ਸਾਨੂੰ ਮਨਾਉਣਾ ਚਾਹੁੰਦਾ ਹੈ, ਅਸੀਂ ਉਹਦੇ ਵਿੱਚ ਭਿੱਜ ਗਏ ਹਾਂ, ਅਸੀਂ ਉਹ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ, ਅਸੀਂ ਕਹਿੰਦੇ ਸਾਡਾ ਫੈਸਲਾ ਹੈ। ਤੇ ਫਿਰ ਦੱਸ ਦਿਓ ਇੱਧਰ ਕੰਧ ਕਰਨ ਦਾ ਫਾਇਦਾ ਕੀ ਹੋਏਗਾ। ਮੈਂ ਪਿੱਛੇ ਜੇ ਮਸਲਾ ਬੜਾ ਗੰਭੀਰ ਹੈ, ਕੁਝ ਗੱਲਾਂ ਸਾਨੂੰ ਬੜੇ ਹੌਲੇ ਰੂਪ 'ਚ ਕਹਿਣੀਆਂ ਪੈਂਦੀਆਂ। ਮੈਂ ਮਜ਼ਾਹੀਆ ਲਹਿਜੇ 'ਚ ਗੱਲ ਕਹੀ ਸੀ ਵੀ ਜੰਗ ਲੱਗਣੀ ਹੈ, ਜੰਗ ਹਿੰਦ ਪੰਜਾਬ ਦਾ ਹੋਣੀ ਹੈ। ਜਦੋਂ ਜੰਗ ਹੋਣੀ ਹੈ, ਇੱਧਰਲੇ ਬੰਨਿਓਂ ਵੀ, ਕੰਧ ਦੇ ਇੱਧਰਲੇ ਬੰਨਿਓਂ ਵੀ, ਬਾਰਡਰ ਦੇ ਇੱਧਰਲੇ ਬੰਨਿਓਂ ਵੀ ਅਰਦਾਸ ਹੋਣੀ ਹੈ, ਪ੍ਰਥਮ ਭਗਉਤੀ, ਉੱਧਰਲੇ ਬੰਨੇ ਵੀ ਦੁਰਗਾ ਪੂਜਾ ਹੋਣੀ ਹੈ, ਕਿਉਂਕਿ ਦੁਰਗਾ ਸ਼ਕਤੀ ਦਾ ਪ੍ਰਤੀਕ ਹੈ, ਲੜਾਈ ਦਾ ਪ੍ਰਤੀਕ ਉਹਨਾਂ ਵਾਸਤੇ। ਉਹ ਰਾਖਸ਼ਾਂ ਦਾ ਸੰਘਾਰ ਕਰਦੇ, ਅਸੀਂ ਰਾਖਸ਼, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹਰ ਉਹ ਰਾਖਸ਼ ਹੈ। ਜਿਵੇਂ ਕੌਡਾ ਰਾਖਸ਼ ਹੋ ਗਿਆ, ਕੌਡਾ ਰਾਖਸ਼ ਕਿਉਂ ਹੋ ਗਿਆ? ਕਿਉਂਕਿ ਹੱਕਾਂ ਵਾਸਤੇ ਲੜਦਾ ਸੀ। ਅਸੀਂ ਉਹਨਾਂ ਦੀਆਂ ਨਜ਼ਰਾਂ 'ਚ ਰਾਖਸ਼ ਹੈ, ਤੇ ਰਾਖਸ਼ਾਂ ਦਾ ਸ਼ਿੰਗਾਰ ਕਰਨ ਵਾਸਤੇ ਭਗਉਤੀ ਉੱਧਰੋਂ ਵੀ ਆਏਗੀ ਤੇ ਇੱਧਰ ਵੀ ਭਗਉਤੀ ਹੋਏਗੀ। ਮੈਨੂੰ ਦੱਸ ਦਿਓ ਦਰਮਿਆਨ ਕੰਧ ਦਾ ਜਿਹੜਾ ਵਜੂਦ ਉਹ ਰਹਿ ਕੀ ਗਿਆ? ਲੜਾਈ ਇੱਥੋਂ ਚੱਲਣੀ ਹੈ, ਨਿੱਜ ਤੋਂ। ਨਿੱਜ ਨੂੰ ਜਦੋਂ ਸਾਡਾ ਨਿੱਜ ਇੰਨਾ ਸਟਰੋਂਗ ਹੋ ਗਿਆ, ਉਹ ਮਜਬੂਰ ਹੋਣ ਵੀ ਇਹ ਸਾਡੇ 'ਚ ਫਿੱਟ ਨਹੀਂ ਹੋ ਰਹੇ, ਇਹਨਾਂ ਨੂੰ ਅਸੀਂ ਘਰ 'ਚੋਂ ਬਾਹਰ ਜਿਹੜਾ ਵਾ ਬੰਬੀ 'ਤੇ ਜਾ ਕੇ ਇਹਨਾਂ ਨੂੰ ਨਵਾਂ ਘਰ ਪਾ ਦੇਣਾ, ਇਹਨਾਂ ਨੂੰ ਬਹਿਕ ਪਾ ਦੇਣੀ ਹੈ। ਉਹਨਾਂ ਨੂੰ ਮਜਬੂਰ ਕਰੀਏ, ਉਹ ਸਾਡੇ ਹੱਥ 'ਚ ਹੈ ਵੀ ਅਸੀਂ ਆਪਣੇ ਗੁਰੂ ਨੂੰ ਆਪਣਾ ਪੂਰਾ ਇਸ਼ਟ ਮੰਨ ਕੇ ਉਹਦੇ ਮੁਤਾਬਕ ਆਪਣਾ ਜੀਵਨ ਬਣਾ ਲਈਏ। ਤੁਸੀਂ ਜਿੱਥੇ ਜਾਓ, ਖਾਲਸੇ ਰਾਜ ਦਾ ਪ੍ਰਤੀਕ ਲੈ ਕੇ ਜਾਓ। ਤੁਸੀਂ ਜਿੱਥੇ ਬੈਠੇ ਹੋ, ਤੁਹਾਡੇ ਅੰਦਰੋਂ ਉਹ ਬੰਦਾਨੀ ਦੀ ਖੁਸ਼ਬੂ ਆਵੇ, ਤੁਹਾਡੇ ਅੰਦਰੋਂ ਉਸ ਬੰਦਾਨੀ ਦਾ ਜੋ ਨਿਸ਼ਾਨ ਹੈ ਉਹ ਪ੍ਰਗਟ ਹੋਵੇ। ਜਦੋਂ ਉਹ ਨਿਸ਼ਾਨ ਪ੍ਰਗਟ ਹੋਇਆ, ਜਦੋਂ ਖੁਸ਼ਬੂ ਆਈ ਤੁਹਾਡੇ ਅੰਦਰੋਂ, ਤੇ ਜਿੱਥੇ ਤੁਸੀਂ ਬੈਠੇ ਜੇ ਉਹ ਇਲਾਕਾ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਪਾਏਗਾ। ਤੁਸੀਂ ਉਹਦੇ ਵਿੱਚ ਵੀ ਆਪਣੀ ਆਜ਼ਾਦ ਹਸਤੀ ਦਾ ਆਨੰਦ ਮਾਣ ਸਕਦੇ ਜੀ। ਉਹ ਮਜਬੂਰ ਹੋਣਗੇ ਵੀ ਇਸ ਬੰਦੇ ਨੂੰ ਸਾਈਡ ਤੇ ਕੀਤਾ ਜਾਵੇ, ਜਿਹੜਾ ਸਾਡੇ ਵਿੱਚ ਆਣ ਕੇ ਬਹਿ ਗਿਆ ਹੈ, ਜਿਹੜਾ ਸਾਡੇ 'ਚ ਰਲਦਾ ਨਹੀਂ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪਰਾਨ। ਮੈਂ ਹਿੰਦੂ ਨਹੀਂ, ਮੈਂ ਮੁਸਲਮਾਨ ਨਹੀਂ। ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ 5000 ਮੁਸਲਮਾਨ ਸਿਪਾਹੀ ਨੇ। ਉਹਨਾਂ ਵਾਸਤੇ ਨਮਾਜ਼ ਦਾ ਵੀ ਪ੍ਰਬੰਧ ਹੈ, ਮਸੀਤ ਵੀ ਬਣਾ ਕੇ ਦਿੱਤੀ ਗਈ ਹੈ। ਖਾਲਸਾ ਰਾਜ ਦਾ ਜਿਹੜਾ ਸਾਡਾ ਪਹਿਲਾ ਝੰਡਾ ਝੂਲਿਆ। ਮੈਂ ਹਿੰਦੂ ਨਹੀਂ, ਮੈਂ ਮੁਸਲਮਾਨ ਨਹੀਂ। ਮੇਰੇ ਸੰਬੰਧ ਨੇ ਹਿੰਦੂ ਤੇ ਮੁਸਲਮਾਨ ਦੇ ਨਾਲ, ਦੋਵਾਂ ਦੇ ਨਾਲ। ਦੂਸਰਾ ਪੱਖ ਵੀ ਸਮਝਣਾ ਹੈ।
ਸਿੱਖ ਕੋਈ ਡਿਸਕ੍ਰਿਮੀਨੇਟਿਵ ਨੀਤੀ ਤੇ ਨਹੀਂ ਚੱਲਦਾ। ਉਹ ਸਾਂਝੀਵਾਲਤਾ ਦੀ ਗੱਲ ਕਰਦਾ ਏ, ਉਹ ਸਾਂਝ ਦੀ ਗੱਲ ਕਰਦਾ ਏ, ਉਹ ਏਕਤਾ ਦੀ ਗੱਲ ਕਰਦਾ ਏ, ਪਰ ਇੱਕ ਮਿਕਤਾ ਦੀ ਅਸਿਮੀਲੇਸ਼ਨ ਦੇ ਵਿੱਚ ਦੀ ਗੱਲ ਨਹੀਂ ਕਰਦਾ ਵੀ ਮੈਂ ਏਕਤਾ ਤਾਂ ਮੈਂ ਚਾਹੁੰਦਾ, ਏਕਤਾ ਤਾਂ ਮੈਂ ਚਾਹੁੰਦਾ, ਪਰ ਮੈਂ ਇੱਕ ਮਿਕਤਾ ਦੇ ਵਿੱਚ ਭੇਦ ਹੋਣ ਨੂੰ ਤਿਆਰ ਨਹੀਂ। ਮੇਰੀ ਆਪਣੀ ਵਜੂਦ ਹੈ। ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਬਾਸਾ। ਚੰਦਨ ਦੀ ਆਪਣੀ ਹੋਂਦ ਹੈ, ਇਰੰਡ ਦੀ ਆਪਣੀ ਹੋਂਦ ਹੈ। ਚੰਦਨ ਇਰੰਡ ਨੂੰ ਖੁਸ਼ਬੂ ਤੇ ਦੇ ਸਕਦਾ ਹੈ, ਪਰ ਉਹਦੀ ਹੋਂਦ ਖਤਮ ਨਹੀਂ ਕਰ ਸਕਦਾ। ਡਾਇਵਰਸਿਟੀ ਦਾ ਸੰਕਲਪ ਜਿਹਦੇ ਤੇ ਯੂਰਪ ਕੰਟਰੀਜ਼, ਜਿਹਦੇ ਤੇ ਦੇਸ਼, ਜਿਹਨੂੰ ਅਸੀਂ ਅੱਜ ਦੀ ਦੁਨੀਆ ਕਹਿੰਦੇ ਆ, 21ਵੀਂ ਸਦੀ ਕਹਿੰਦੇ ਆ, ਜਿਹਦੇ ਤੇ ਅੱਜ ਅਵੇਅਰ ਹੋ ਰਹੇ ਨੇ ਦੇਸ਼, ਉਹ ਡਾਇਵਰਸਿਟੀ ਦਾ ਸੰਕਲਪ ਗੁਰੂ ਨਾਨਕ ਸਾਹਿਬ ਉਦੋਂ ਦੇ ਗਏ। ਤੁਮ ਚੰਦਨ ਹਾਂ ਇਰੰਡ ਬਾਪਰੇ ਸੰਗ ਤੁਮਾਰੇ ਬਾਸਾ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਤੋਂ ਵੱਡੀ ਡਾਇਵਰਸਿਟੀ ਜਿਹੜੀ ਆਰਗੇਨਾਈਜ਼ਡ ਡਿਸਕ੍ਰਿਮੀਨੇਸ਼ਨ ਸੀ, ਜਿਹੜਾ ਸੈਕਸ਼ਨਿਜ਼ਮ ਸੀ, ਜਮਾਤਵਾਦ ਸੀ, ਗੁਰੂ ਨੇ ਇਕੱਠੇ ਕਰ ਦਿੱਤੇ। ਇਕੱਠੇ ਕਰਕੇ ਕਹਿ ਦਿੱਤਾ ਵੀ ਉਪਦੇਸ਼ ਸਾਂਝਾ ਹੈ। ਉਪਦੇਸ਼ ਦੀ ਕੋਈ ਜਾਤ ਨਹੀਂ ਹੁੰਦੀ। ਜਿਹੜਾ ਉਪਦੇਸ਼ ਬ੍ਰਾਹਮਣ ਨੇ ਰਿਜ਼ਰਵ ਕੀਤਾ ਸੀ ਵੀ ਕੇਵਲ ਬ੍ਰਾਹਮਣ ਤੱਕਰ ਹੈ, ਗੁਰੂ ਨੇ ਉਸ ਬ੍ਰਹਮ ਗਿਆਨ ਦਾ ਉਪਦੇਸ਼ ਸਾਂਝੇ ਰੂਪ 'ਚ ਵਰਤਾ ਦਿੱਤਾ। ਅਸੀਂ ਗੱਲ ਕਰਨੀ ਹੈ ਆਪਣੇ ਘਰ ਦੀ, ਅਸੀਂ ਗੱਲ ਕਰਾਂਗੇ ਆਪਣੇ ਕੌਮੇ ਘਰ ਦੀ, ਪਰ ਸੱਜਣੋ ਗੱਲ ਕਰਨ ਲੱਗਿਆਂ ਸਮਾਂ ਟਾਈਮ ਵੇਸਟ ਨਾ ਕਰੋ। ਕੇਵਲ ਬੁੱਤਾ ਨਾ ਸਾਰੋ ਗੱਲ ਕਰਕੇ, ਉਹਦੀ ਗਹਿਰਾਈ 'ਚ ਜਾਣਾ ਪਏਗਾ। ਜਿਹੜੀਆਂ ਚੀਜ਼ਾਂ ਮੈਨੂੰ ਆਪਣੇ ਘਰ ਤੋਂ ਐਕਸਕਲੂਡ ਕਰਦੀਆਂ ਨੇ, ਮੈਨੂੰ ਉੱਥੇ ਪਹੁੰਚਣ ਤੋਂ ਰੋਕਦੀਆਂ ਨੇ, ਜਿਹੜਾ ਸੁਪਨਾ ਮੈਂ ਦੇਖ ਰਿਹਾ ਆਪਣੇ ਘਰ ਦਾ, ਉਹ ਚੀਜ਼ਾਂ ਰੱਦ ਕਰਨੀਆਂ ਪੈਣਗੀਆਂ, ਉਹਨਾਂ ਦਾ ਖੰਡਨ ਕਰਨਾ ਪਏਗਾ। ਖਾਸ ਕਰਕੇ ਉਹ ਸੱਜਣ ਜਿਹੜੇ ਬੜੀ ਪੋਲੀਟੀਕਲ ਲੈਵਲ ਤੇ ਬੜੇ ਐਕਟਿਵ ਨੇ। ਮੈਨੂੰ ਦੁੱਖ ਹੋਇਆ ਪਿੱਛੇ ਜੇ ਜਦੋਂ ਜਰਮਨ ਦੇ ਵਿੱਚ ਅਸੀਂ ਆਪਣੇ ਘਰ ਦੀ ਬੁਨਿਆਦ ਨੂੰ ਮੁੱਖ ਰੱਖਦੇ ਹੋਏ ਵਿਪਰ ਦੇ ਉਸ ਗ੍ਰੰਥ ਨੂੰ ਮੰਨਣ ਵਾਲੇ ਕੁਝ ਵੀਰਾਂ ਨੂੰ ਤੇ ਇੱਧਰੋਂ ਨਕਾਰਨ ਵਾਲੇ ਜਿਹੜੇ ਵੀਰ ਸਨ ਇਕੱਠੇ ਹੋ ਕੇ ਇੱਕ ਸੰਵਾਦ ਉਲੀਕਿਆ। ਮੈਨੂੰ ਦੁੱਖ ਹੋਇਆ ਉਦੋਂ। ਸਾਡੇ ਆਪਣੇ ਘਰ ਦੀ ਗੱਲ ਕਰਨ ਵਾਲੇ ਬੜੇ ਕੁਝ ਖਾਸ ਸੱਜਣ ਸਾਡੇ ਇੱਕ ਵਿਦਵਾਨ ਸੱਜਣ ਦੇ ਘਰੇ ਜਾ ਕੇ ਪਹੁੰਚਦੇ ਨੇ ਵੀ ਤੁਸੀਂ ਉਸ ਸੰਮੇਲਨ 'ਚ ਨਾ ਜਾਓ ਕਿਉਂਕਿ ਅਸੀਂ ਇੱਥੇ ਕੰਮ ਕਰਨਾ ਹੁੰਦਾ। ਇੰਨਾ ਡਰ ਦੇ ਅਧੀਨ ਤੇ ਗੱਲ ਅਸੀਂ ਕਰਾਂਗੇ ਆਪਣੇ ਘਰ ਦੀ। ਅਸੀਂ ਵਿਚਰਨਾ ਚਾਹੁੰਦੇ ਹਾਂ ਵੀ ਮੇਰਾ ਪ੍ਰਭਾਵ ਖਤਮ ਨਾ ਹੋ ਜਾਏ। ਅਸੀਂ ਹਰ ਬੰਦੇ ਦੇ ਸਾਹਮਣੇ ਆਪਣਾ ਪ੍ਰਭਾਵ ਵੀ ਕਿਤੇ ਇਹ ਸੈਕਸ਼ਨ ਮੇਰਾ ਵਿਰੋਧ ਨਾ ਕਰਦੇ। ਹਾਲਾਂਕਿ ਸਾਡੇ ਉਹ ਵੀ ਵੀਰ ਨੇ, ਪਰ ਗੱਲ ਤੇ ਸਾਨੂੰ ਕਰਨੀ ਪਏਗੀ। ਜਦੋਂ ਮਸਲਾ ਜਨੇਊ ਦਾ ਆਉਂਦਾ ਏ, ਉਦੋਂ ਸਾਨੂੰ ਸਾਹਮਣੇ ਪਿਓ ਭਾਵੇਂ ਕਿਉਂ ਨਹੀਂ ਖੜਾ, ਭਾਵੇਂ ਸਾਹਮਣੇ ਮਾਂ ਕਿਉਂ ਨਹੀਂ ਖੜੀ, ਫਿਰ ਇਸ ਤੋਂ ਵੀ ਅੱਗੇ ਚਲੇ ਜਾਓ, ਮਾਂ ਪਿਓ ਦੀ ਇੱਜ਼ਤ ਦਾਅ ਤੇ ਲੱਗੀ ਹੋਵੇ, ਸਾਰਾ ਸਮਾਜ ਇਕੱਠਾ ਹੋਇਆ ਹੋਵੇ ਤੇ ਗੁਰੂ ਸਾਹਿਬ ਕਹਿਣ ਵੀ ਮੈਂ ਨਹੀਂ ਪਾਉਂਦਾ, ਉੱਥੇ ਆਪਣੇ ਜਨੇਊ ਦੀ ਪੇਸ਼ਕਸ਼ ਰੱਖ ਦੇਣ ਵੀ ਮੇਰਾ ਆਹ ਜਨੇਊ ਹੈ, ਤੇ ਉਹ ਕਿੱਡਾ ਵੱਡਾ ਰੈਵੋਲੂਸ਼ਨ ਹੋਏਗਾ। ਪਰ ਅਸੀਂ ਸਾਰਿਆਂ 'ਚ ਬਣਾ ਕੇ ਰੱਖਣਾ ਚਾਹੁੰਦੇ ਹਾਂ। ਸਾਨੂੰ ਪਤਾ ਵੀ ਹੈ, ਇਹ ਨਹੀਂ ਵੀ ਸਾਨੂੰ ਪਤਾ ਨਹੀਂ। ਕਈ ਸੱਜਣ ਜਿਹੜੇ ਪੋਲੀਟੀਕਲ ਤੌਰ ਤੇ ਲੜਦੇ ਨੇ, ਉਹਨਾਂ ਨੂੰ ਪਤਾ ਸਾਰਾ ਹੈ, ਉਹ ਸਾਨੂੰ ਵੀ ਪਤਾ ਵੀ ਉਹਨਾਂ ਨੂੰ ਪਤਾ ਹੈ, ਪਰ ਗੱਲ ਕਰਕੇ ਰਾਜੀ ਨਹੀਂ। ਕਹਿੰਦੇ ਨੇ ਵੰਡੀਆਂ ਪੈਂਦੀਆਂ ਨੇ। ਕਿੱਦਾਂ ਵੰਡੀਆਂ ਪੈਂਦੀਆਂ ਨੇ? ਵੰਡੀ ਤੇ ਅਗਲਿਆਂ ਨੇ ਪਾ ਦਿੱਤੀ ਜਦੋਂ ਗ੍ਰੰਥ ਦੇ ਬਰਾਬਰ ਗ੍ਰੰਥ ਬਣਾ ਦਿੱਤਾ। ਵੰਡੀ ਤੇ ਪਾਉਣ ਵਾਲੇ ਉਹ ਨੇ। ਅਸੀਂ ਤੇ ਵੰਡੀਆਂ ਖਤਮ ਕਰਨੀਆਂ ਨੇ ਵੀ ਏਕੇ ਦੇ ਸਿਧਾਂਤ, ਏਕਾ ਬਾਣੀ ਦੇ ਸਿਧਾਂਤ ਦੇ ਅਸੀਂ ਉਪਾਸ਼ਕ ਹੋ ਜਾਈਏ, ਫਾਲੋਅਰ ਹੋ ਜਾਈਏ, ਉਹਦੇ ਲੜ ਲੱਗ ਜਾਈਏ, ਤਾਂ ਕਿ ਅਸੀਂ ਆਪਣੇ ਕੌਮੀ ਘਰ ਤੱਕ ਪਹੁੰਚ ਸਕੀਏ। ਉਹ ਕੌਮੀ ਘਰ ਜਿਸ ਕੌਮੀ ਘਰ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਤੋਂ ਰੱਖੀ। ਮੈਂ ਅੱਗੇ ਵੀ ਜ਼ਿਕਰ ਕੀਤਾ ਕਈ ਵਾਰ ਵੀ ਕਰਤਾਰਪੁਰ ਦਾ ਵਸਾਉਣਾ, ਕਦੀ ਵੇਖਿਆ ਜੇ ਪੀਰਾਂ ਨੂੰ ਨਗਰ ਵਸਾਉਂਦੇ ਆ? ਪੀਰ ਤੇ ਮਲੰਗ ਹੁੰਦੇ ਨੇ, ਇੱਧਰੋਂ ਉੱਠੇ ਦੂਜੇ ਨਗਰ 'ਚ, ਦੂਜੇ ਉੱਠੇ ਤੀਜੇ ਨਗਰ 'ਚ। ਕਦੀ ਪੀਰਾਂ ਨੂੰ ਨਗਰ ਵਸਾਉਂਦਿਆਂ ਦੇਖਿਆ ਜੇ?
ਜਦੋਂ ਪੀਰ ਨਗਰ ਵਸਾਉਣ ਤੇ ਆਉਣ ਤੇ ਉਹਦੇ ਪਿੱਛੇ ਕਾਰਨ ਹੈ। ਵੱਡਾ ਕਾਰਨ ਕੀ ਹੈ ਵੀ ਉਹ ਜਿਹੜੀ ਆਵਾਮ, ਜਿਹੜੇ ਪੰਥੀ ਨੇ, ਨਾਨਕ ਪੰਥੀ ਨੇ, ਉਹਨਾਂ ਦੀ ਵਿਲੱਖਣਤਾ ਦਾ ਇੱਕ ਮਾਡਲ ਪੇਸ਼ ਕਰਨਾ ਚਾਹੁੰਦੇ ਨੇ ਵੀ ਇਸ ਫਲਸਫੇ ਨੂੰ ਮੰਨਣ ਵਾਲੇ ਇੱਦਾਂ ਰਹਿੰਦੇ ਨੇ। ਉਹ ਇੱਕ ਮਾਡਲ ਹੁੰਦਾ ਹੈ। ਗੁਰੂ ਅੰਗਦ ਪਾਤਸ਼ਾਹ ਖਡੂਰ, ਫਿਰ ਖਡੂਰ ਤੋਂ ਸਿਰਫ 5 ਕਿਲੋਮੀਟਰ ਗੋਇੰਦਵਾਲ ਸਾਹਿਬ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ, ਚੱਕ ਰਾਮਦਾਸਪੁਰ, ਤਰਨਤਾਰਨ, ਛਿਆਟਾ, ਆਨੰਦਪੁਰ ਦੇ ਵਾਸੀ ਬਣੇ ਤੁਸੀਂ। ਨਗਰ ਕਿਉਂ ਵਸਾਏ? ਇਹ ਨਗਰ ਸਾਡਾ ਕੌਮੀ ਘਰ ਦਾ ਇੱਕ ਛੋਟਾ ਮਾਡਲ ਸੀ, ਸਾਨੂੰ ਦੱਸਣ ਵਾਸਤੇ ਵੀ ਕੌਮੀ ਘਰ ਦਾ ਜਿਹੜਾ ਮਾਡਲ ਉਹ ਇਦਾਂ ਦਾ ਹੁੰਦਾ ਹੈ। ਉਹਦੇ ਵਿੱਚ ਇਦਾਂ ਲੋਕ ਰਹਿੰਦੇ ਨੇ, ਉਹਦੇ ਵਿੱਚ ਇਦਾਂ ਬੌਲੀ ਉਸਾਰ ਦਿੱਤੀ ਜਾਂਦੀ ਹੈ। ਬੌਲੀ ਦਾ ਜਿਹਦੇ ਨਾਲ ਅਸੀਂ 84 ਪੌੜੀਆਂ ਬਣਾ ਕੇ ਤੇ 84 ਦਾ ਚੱਕਰ ਜੋੜ ਲਿਆ। ਜਿਹਦੇ ਨਾਲ ਬੌਲੀ ਦਾ ਮਤਲਬ ਇਹ ਹੁੰਦਾ ਹੈ ਪੌੜੀ ਧਾਰ ਖੂਹ, ਉਹ ਖੂਹ ਜਿਹਦੇ ਵਿੱਚ ਪੌੜੀ ਰਾਹੀਂ ਉਤਰਿਆ ਜਾ ਸਕੇ। ਉਹ ਪੌੜੀ ਧਾਰ ਖੂਹ ਬਣਾ ਕੇ ਤੇ ਹਰ ਸਮਾਜ ਲਈ ਜਿਹੜਾ ਵਿਤਕਰਾ ਪਾਣੀ ਤੋਂ ਖੜਾ ਕੀਤਾ ਸੀ ਬਾਹਮਣ ਨੇ, ਉਹ ਵਿਤਕਰਾ ਪਾਣੀ ਰਾਹੀਂ ਖਤਮ ਕਰ ਦਿੱਤਾ ਗੁਰੂ ਸਾਹਿਬ ਨੇ। ਸਰੋਵਰ ਬਣਾਤੇ ਵੀ ਮਾਰ ਚੁੱਭੀ ਤੂੰ ਤੈਨੂੰ ਚੌਥੀ ਵਰਨ 'ਚ ਰੱਖਦੇ ਨੇ, ਤੂੰ ਹੀ ਮਾਰ ਚੁੱਭੀ। ਇੱਥੇ ਬ੍ਰਾਹਮਣ ਉਹ ਐਕਸੈਪਟ ਆ ਸਾਡੇ ਦਰਬਾਰ ਦੇ ਵਿੱਚ ਜਿਹੜਾ ਇਸ ਚੁੱਭੀ ਰਾਹੀਂ ਆਉਂਦਾ ਹੈ। ਇਸੇ ਕਰਕੇ ਜਿਹੜੀ ਲੰਗਰ ਦੀ ਗੱਲ ਉੱਠਦੀ ਹੈ, ਅਕਬਰ ਏਡੀ ਦੂਰੋਂ ਲੰਗਰ ਛਕਣ ਨਹੀਂ ਸੀ ਆਇਆ, ਤੇ ਜਾਂ ਗੁਰੂ ਨਾਨਕ ਦੀ ਤੀਸਰੀ ਜੋਤ ਨੇ ਇਹ ਕਹਿ ਦੇਣਾ ਵੀ ਲੰਗਰ ਛਕ ਕੇ ਆ। ਉਹ ਕੇਵਲ ਇਹੋ ਮਿਸ਼ਨ ਨਹੀਂ ਸੀ, ਉਹ ਦਰਸਾਉਂਦਾ ਸੀ ਵੀ ਇੱਥੇ ਅਕਬਰ ਵੀ ਪਹਿਲਾਂ ਆਮ ਲੋਕਾਂ 'ਚ ਬਹਿਗਾ, ਫਿਰ ਗੱਲ ਹੋਏਗੀ। ਪਹਿਲਾਂ ਪੰਗਤ ਪਾਸ਼ੇ ਸੰਗਤ ਦਾ ਸਿਧਾਂਤ ਬਣ ਗਿਆ ਵੀ ਸੰਗਤ 'ਚ ਬਹਿ ਕੇ ਆ, ਆਮ ਲੋਕਾਂ ਦੇ ਲੈਵਲ ਤੇ ਬਹਿ ਕੇ। ਕਿਸੇ ਵੇਲੇ ਹੀ ਆਮ ਲੋਕਾਂ 'ਚ ਬਹਿ ਸਕਦੇ ਆ ਪਰ ਭੋਜਨ ਨਹੀਂ ਛਕ ਸਕਦੇ ਉੱਥੇ। ਉਹ ਵੀ ਗੁਰੂ ਸਾਹਿਬ ਨੇ ਬੁਨਿਆਦ ਹੀ ਵੀ ਤੂੰ ਗੱਲ ਵਿਚਾਰ ਬਾਅਦ 'ਚ ਕਰਨੀ, ਪਹਿਲਾਂ ਇੱਥੋਂ ਚੱਲ। ਇਹ ਸਾਡੇ ਆਪਣੇ ਘਰ ਦਾ ਮਾਡਲ ਸੀ। ਨਗਰ ਦਾ ਮਤਲਬ ਸਾਡੇ ਆਪਣੇ ਘਰ ਦਾ ਮਾਡਲ। ਪਰ ਅਸੀਂ ਉਸ ਮਾਡਲ ਨੂੰ ਅਡਾਪਟ ਨਾ ਕਰ ਪਾਏ। ਅਸੀਂ ਗੋਂਦਵਾਲ ਵੀ ਚਾਹੁੰਦੇ ਹਾਂ, ਪਰ ਗੋਂਦਵਾਲ ਦੇ ਵਿੱਚੋਂ ਉਹ ਭੂਤ ਨਹੀਂ ਕੱਢਣਾ ਚਾਹੁੰਦੇ ਜਿਹਦਾ ਡਰ ਪੈਦਾ ਕਰ ਦਿੱਤਾ ਗਿਆ ਸੀ ਵੀ ਇਸ ਇਲਾਕੇ 'ਚੋਂ ਵੱਸਦੇ ਨੇ। ਅਸੀਂ ਖਡੂਰ ਚਾਹੁੰਦੇ ਹਾਂ, ਪਰ ਹਮਾਯੂੰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੇ ਕਾਬਲ ਨਹੀਂ ਹਾਂ ਅਸੀਂ। ਆ ਗਿਆ ਹਮਾਯੂੰ, ਆਉਣ ਦਿਓ, ਪ੍ਰਵਾਹ ਨਹੀਂ ਗੁਰੂ ਨੂੰ। ਸਾਡੇ ਨਿੱਕੇ ਨਿੱਕੇ MLA ਮਗਰ ਭੱਜੇ ਫਿਰਦੇ ਨੇ। ਆ ਕਾਂਗਰਸ ਦਾ ਜਿਹੜਾ ਪ੍ਰਧਾਨ ਕੀ ਬਦਲ ਗਿਆ, ਸਾਡੇ ਐਵੇਂ ਬਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ ਵਾਲਾ ਮਸਲਾ ਬਣਿਆ ਪਿਆ ਸਾਡਾ। ਇਹ ਸਭ ਆਪਣੇ ਘਰ ਵਾਲੇ। ਸੋ ਆਓ ਅਸੀਂ ਆਪਣਾ ਘਰ ਸਮਝੀਏ। ਇਹਦੇ ਨਾਲ ਇੱਕ ਜਿਹੜੀ ਵਿਸ਼ੇਸ਼ ਅਨਾਊਂਸਮੈਂਟ ਹੈ ਉਹ ਇਹ ਹੈ ਵੀ ਸਾਡਾ YouTube ਦਾ ਅਕਾਊਂਟ ਦੁਬਾਰਾ ਹੈਕ ਹੋ ਚੁੱਕਾ ਹੈ। ਉਹਨੂੰ YouTube ਨੇ ਟਰਮੀਨੇਟ ਵੀ ਕਰ ਦਿੱਤਾ ਹੈ। ਉਹ ਟਰਮੀਨੇਟ ਕਰਨ ਦੀ ਵਜ੍ਹਾ ਇਹ ਆ ਵੀ ਉਹ ਮਿਸਯੂਜ਼ ਕੀਤਾ ਜਾ ਰਿਹਾ ਸੀ YouTube ਦਾ ਅਕਾਊਂਟ, ਜਿਨ੍ਹਾਂ ਨੇ ਹੈਕਰਸ ਜਿਹੜੇ ਸਨ, ਜਿਨ੍ਹਾਂ ਨੇ ਹੈਕ ਕੀਤਾ ਸੀ। ਤੇ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ। ਸਾਡੀ ਜਿਹੜੀ ਪੰਜਾਬ ਵਾਲੀ ਟੈਕਨੀਕਲ ਟੀਮ ਹੈ, ਸਾਡੇ ਨੌਜਵਾਨ ਵੀਰ ਸਹਿਜਪ੍ਰੀਤ ਸਿੰਘ ਤੇ ਮਾਨ ਸਿੰਘ, ਉਹ ਬੜੀ ਜਦੋਜਹਿਦ ਕਰ ਰਹੇ ਨੇ। ਛੇਤੀ ਉਸ ਸਾਡੇ YouTube ਅਕਾਊਂਟ ਦੀ ਰਿਕਵਰੀ ਹੋਏਗੀ। ਤੇ ਉਹ ਜਿਹੜੀ ਸਾਨੂੰ ਕਈ ਸੱਜਣ ਸਲਾਹ ਦੇ ਰਹੇ ਨੇ ਵੀ ਡਬਲ ਅਥੈਂਟੀਕੇਸ਼ਨ ਜਿਹੜੀ ਹੈ ਉਹਦੇ 'ਤੇ ਲਾਉਣੀ ਚਾਹੀਦੀ, ਉਹ ਸਭ ਕੁਝ ਲੱਗਾ ਸੀ ਉਹਦੇ 'ਤੇ। ਅਸੀਂ ਬਹੁਤ ਜਿਹੜਾ ਸੀ ਪਹਿਲਾਂ ਹੀ ਉਹਦੇ ਵਾਸਤੇ ਪ੍ਰਪੇਅਰਡ ਸੀ, ਪਰ ਉਹ ਕਿਸ ਤਰੀਕੇ ਨਾਲ ਹੈਕ ਹੋਇਆ ਜੇ YouTube ਰਿਪੋਰਟ ਭੇਜੇਗੀ। ਜੇ ਕੱਲ੍ਹ ਨੂੰ ਮਾਲਕ ਕਿਰਪਾ ਕਰੇ ਰਿਕਵਰ ਹੁੰਦਾ ਹੈ ਤਾਂ ਫਿਰ ਤੁਹਾਨੂੰ ਦੱਸਾਂਗੇ, ਸਾਰਾ ਪਾ ਦਿਆਂਗੇ। ਸੋ ਇਸ ਕਰਕੇ ਉਹਦੇ ਲਈ ਅਸੀਂ ਖਿਮਾ ਦੇ ਜਾ ਚੁੱਕੇ ਹਾਂ। ਜਦੋਂ ਤੱਕ ਸਾਡੀ ਉਹ ਅਕਾਊਂਟ ਦੀ ਰਿਕਵਰੀ ਨਹੀਂ ਹੁੰਦੀ, ਤਦ ਤੱਕ ਅਸੀਂ Facebook 'ਤੇ ਤੁਹਾਨੂੰ ਮਿਲਾਂਗੇ। ਜਿਹੜੇ YouTube ਵਾਲੇ ਸੱਜਣ ਹੈ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਸ਼ੇਅਰ ਕਰ ਦਿਓ। ਬਾਕੀ ਅੱਜ ਦਾ ਪ੍ਰੋਗਰਾਮ ਜ਼ਿੰਮੇਵਾਰੀ ਲੈ ਕੇ ਜਿੰਨੇ ਵੀ ਸੁਣ ਰਹੇ ਜੇ ਸਾਰਿਆਂ ਨੂੰ ਸੁਣਾਓ। ਬੜਾ ਅਹਿਮ ਪ੍ਰੋਗਰਾਮ ਹੈ, ਬੜਾ ਅਹਿਮ ਵਿਸ਼ਾ ਹੈ ਆਪਣਾ ਘਰ, ਤਾਂ ਕਿ ਸਾਨੂੰ ਆਪਣੇ ਘਰ ਦੀ ਸਮਝ ਆ ਸਕੇ। ਸੋ ਇੱਥੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕੱਲ੍ਹ ਨੂੰ ਭਾਈ ਪੰਥਪ੍ਰੀਤ ਸਿੰਘ ਖਾਲਸਾ ਹੋਣਾ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।